संत राम सिंह जी ने सुसाइड कमिट की 16 ਦਸੰਬਰ 16 ਸੁਸਾਈਡ ਕਮਿਟ ਕਰਨ ਵੇਲੇ ਉਹਨਾਂ ਨੇ ਕਮਿਟ ਕਰਨ ਤੋਂ ਪਹਿਲਾਂ ਉਹਨਾਂ ਨੇ ਸੁਸਾਈਡ ਨੋਟ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਗਵਰਨਮੈਂਟ ਨੂੰ ਦੋਸ਼ੀ ਠਹਿਰਾਇਆ। ਪ੍ਰਧਾਨ ਮੰਤਰੀ ਇਹ ਨਾ ਸੋਚੇ ਵੀ ਪੰਜਾਬ ਦਾ ਯੂਥ ਡਰਿਆ ਹੋਇਆ ਜਾਂ ਇਹ ਪ੍ਰਧਾਨ ਮੰਤਰੀ ਹੈ ਤੇ ਅਸੀਂ ਇੱਥੇ ਕਾਰਵਾਈ ਨਹੀਂ ਕਰਾਵਾਂਗੇ। ਸਿਰਫ ਇਹਦਾ ਇਹ ਵਹਿਮ ਕੱਢਣ ਵਾਸਤੇ ਪ੍ਰਧਾਨ ਮੰਤਰੀ ਦੇ ਉੱਤੇ ਬਾਈ ਨੇਮ ਅਸੀਂ ਕੰਪਲੇਂਟ ਦੇ ਕੇ ਆਏ ਹਾਂ ਕਿ ਇਹਦੇ ਤੇ FIR ਦਰਜ ਹੋਣੀ ਚਾਹੀਦੀ ਹੈ। देखो हैरानगी तो एक बार जरूर होती है क्योंकि देश के प्रधानमंत्री के खिलाफ अज तक शायद ही किसी कोई कंप्लेंट गई होगी, पर कानून सारे लिए एक है। धारा 306 और 34 के अधीन इन्हां चारां बंदियां ते मुकदमा दर्ज होना बनता। वो कहते भी कंप्लेंट बहुत ज़्यादा वड्डी है साडे हिसाब नाल, क्योंकि एड्डी वड्डी मौके दे CM और PM के खिलाफ तुसीं कंप्लेंट दे रहे हो, एड्डी वड्डी कंप्लेंट साडे कोल कदे आई नहीं। कानून के हिसाब नाल कह रहे हैं जे FIR दर्ज होती है इस केस दे विच सज़ा भी पक्की होगी। सानू अंजाम की कोई परवाह नहीं। नरिंਦਰ मोदी का पेचा इस बारी पंजाबियों नाल पिया, गुजरातियों नाल नहीं पिया। बहुत बार उन्हें लड़ाइयां झगड़े जिहड़े ने उन्हें बाहरले स्टेटां नाल कर लए, इस बार उहदा जिहड़ा पेचा पंजाबियों नाल पिया। और इस बार पंजाबी होने के नाते हर तरीके नाल कानूनी तरीके नाल असीं बाकी साडे वीर उत्थे योधे बैठे ने, हर तरीके नाल उहनूं सारियां किताबां भी पढ़ावांगे, उहनूं हर तरीका भी दस्सांगे। रोजाना स्पोक्समैन टीवी देखने वाले सारे दर्शकों का स्वागत है। मैं विशाल कपूर। तो दस दिए किसान अंदोलन शुरू होए 2-3 महीने हो चुके हुए हैं, लेकिन दिल्ली तो जो किसान जथेबंदियां लगातार गई सीगियां तो अज 1 महीना पूरा हो चुलिया है। लेकिन केंद्रीय सरकार लगातार जिहड़ी हैगी है चिट्ठियां दे रही है, चिट्ठियां भेज रही है कि ये सोध किया जाऊगा, लेकिन सोध नहीं चाहते किसान चाहते हैं जिहड़े आर्डीनेंस ने वो किते ना किते कैंसल सारे किते जाण। ਤੁਹਾਨੂੰ ਦੱਸ ਦਈਏ कि कई किसान ਸਾਡੇ ਉੱਥੇ शहीद भी हो चुके हुए ਨੇ, लेकिन ਅਸੀਂ ਗੱਲ ਕਰਨ ਚੱਲ ਰਹੇ ਹਾਂ संत राम जी ਦੀ, ਜਿਹੜੇ ਕੁੰਡਲੀ ਬਾਰਡਰ ਦੇ ਕੋਲ ਜਿਹੜੇ ਹੈਗੇ ਨੇ ਸੁਸਾਈਡ ਨੋਟ ਮਿਲਦਾ ਵਾ ਤੇ ਉਸ ਦੇ ਵਿੱਚ ਕਿਹਾ ਜਾਂਦਾ ਕਿ ਗੋਲੀ ਜਿਹੜੀ ਹੈਗੀ ਹੈ ਉਹਨਾਂ ਨੇ ਆਪ ਹੀ ਜਿਹੜੀ ਚਲਾਈ ਸੀਗੀ ਤੇ 174 ਦੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ। लेकिन ਸਾਡੇ ਨਾਲ ਗਗਨਪ੍ਰੀਤ ਐਡਵੋਕੇਟ ਨੇ ਜਿਹੜੇ ਕੱਲ DGP ਹਰਿਆਣਾ ਨੂੰ ਮਿਲ ਕੇ ਆਏ ਨੇ, ਗੱਲਬਾਤ ਕਰ ਰਹੇ ਹਾਂ। ਗਗਨ ਜੀ, DGP ਹਰਿਆਣਾ ਜਦੋਂ ਮਿਲੇ ਸੀਗੇ ਸੰਤ ਰਾਮ ਜੀ ਬਾਰੇ ਤੁਸੀਂ ਦਰਖਾਸਤ ਦੇਣ ਚੱਲੇ ਹੋ ਤੇ ਨਾਮ ਜਿਹੜੇ ਤੁਸੀਂ ਬੜੇ ਵੱਡੇ ਲਿਖ ਕੇ ਆਏ ਹੋ, ਕਿਉਂਕਿ ਇੱਕ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ, ਇੱਕ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, ਇੱਕ ਤੋਮਰ ਜੀ ਦਾ ਲਿਖਤਾ ਜੀ, ਤੇ ਲੇਕਿਨ ਲਗਾਤਾਰ ਜਿਹੜੇ ਨਾਮ ਜਿਹੜੇ ਹੈਗੇ ਨੇ ਲਿਖ ਰਹੇ ਹੋ ਮਨੋਹਰ ਲਾਲ ਖੱਟਰ ਹਰਿਆਣਾ ਦੇ ਹੀ ਉਹ ਹੈਗੇ ਨੇ ਮੁੱਖ ਮੰਤਰੀ, ਲੇਕਿਨ ਹਰਿਆਣਾ ਦੇ ਹੀ DGP ਨੂੰ ਤੁਸੀਂ ਉਹਨਾਂ ਦੇ ਬਰਖਲਾਫ 'ਚ ਇੱਕ ਲੈਟਰ ਦੇ ਕੇ ਆਏ ਹੋ। ਕੀ ਪਰੇਸ਼ਾਨੀਆਂ ਤੁਹਾਨੂੰ ਆਈਆਂ, ਕਿ ਦਿਮਾਗ 'ਚ ਪਹਿਲੇ ਤਾਂ ਦੱਸੋ ਆਇਆ ਕੀ ਸੀਗਾ ਕਿ ਇਹਨਾਂ ਨੂੰ ਜਿਹੜੀ ਸਜ਼ਾ 306 ਦੇ ਵਿੱਚ ਇਨਵੋਲਵਮੈਂਟ ਕਰਾਈ ਜਾਵੇ ਤੇ ਸਜ਼ਾ ਦਿਵਾਈ ਜਾਵੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਕਰੀਆ। ਪਹਿਲਾਂ ਤਾਂ ਮੈਂ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ ਜੀ ਕਿ ਤੁਸੀਂ ਇੰਨਾ ਸਮਾਂ ਕੱਢ ਕੇ ਆਏ ਹੋ। ਦੇਖੋ, ਕਿਸੇ ਵੀ ਸੰਘਰਸ਼ ਦੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਲੋਕਾਂ ਦੇ ਅੰਦਰ ਜਜ਼ਬਾ ਹੋਣਾ ਚਾਹੀਦਾ ਕੰਮ ਕਰਨ ਦਾ। ਸਾਡੇ ਪੰਜਾਬੀਆਂ ਦੀ ਇੱਕ ਗੱਲ ਬੜੀ ਵਧੀਆ ਹੈ ਕਿ ਸਾਡੇ 'ਚ ਜਜ਼ਬਾ ਬਹੁਤ ਹੈ। ਅਸੀਂ ਜਦੋਂ ਕੰਮ ਕਰਦੇ ਹਾਂ ਤਾਂ ਅਸੀਂ ਫਿਰ ਚੰਗਾ ਮਾੜਾ ਨਹੀਂ ਸੋਚਦੇ, ਅਸੀਂ ਇਹ ਸੋਚਦੇ ਹਾਂ ਵੀ ਅਸੀਂ ਇਨਸਾਫ ਕਿੱਦਾਂ ਲੈਣਾ। ਸਾਡੇ ਕਿਸਾਨ ਭਰਾ ਪਿਛਲੇ 4 ਮਹੀਨਿਆਂ ਤੋਂ ਰੁਲ ਰਹੇ ਨੇ। 1 ਮਹੀਨੇ ਤੋਂ ਪਿਛਲੇ ਕੁੰਡਲੀ ਬਾਰਡਰ ਤੋਂ ਬੈਠੇ ਨੇ, ਸਾਰੇ ਦੇਖ ਰਹੇ ਹਾਂ ਦਿਨ ਰਾਤ ਉਹ ਕਿੱਦਾਂ ਕੱਟ ਰਹੇ ਨੇ। ਠੀਕ ਹੈ, ਹੌਸਲਾ ਦੇਣ ਲਈ ਅਸੀਂ ਸਾਰੇ ਉਹਨਾਂ ਦੀ ਹੌਸਲਾ ਅਫਜ਼ਾਈ ਬਹੁਤ ਜ਼ਿਆਦਾ ਕਰ ਰਹੇ ਹਾਂ, ਪਰ ਅੰਦਰੋਂ ਦਿਲ ਕਿੰਨਾ ਪਰੇਸ਼ਾਨ ਹੈ ਇਹ ਸਾਨੂੰ ਹੀ ਪਤਾ ਹੈ। ਸੰਤ ਰਾਮ ਸਿੰਘ ਜੀ ਨੇ ਸੁਸਾਈਡ ਕਮਿਟ ਕੀਤੀ 16 ਦਸੰਬਰ ਨੂੰ। ਸੁਸਾਈਡ ਕਮਿਟ ਕਰਨ ਵੇਲੇ ਉਹਨਾਂ ਨੇ ਕਮਿਟ ਕਰਨ ਤੋਂ ਪਹਿਲਾਂ ਉਹਨਾਂ ਨੇ ਸੁਸਾਈਡ ਨੋਟ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਗਵਰਨਮੈਂਟ ਨੂੰ ਦੋਸ਼ੀ ਠਹਿਰਾਇਆ। ਸਰਕਾਰਾਂ ਨੂੰ ਲੀਡ ਕੌਣ ਕਰ ਰਿਹਾ, ਸਰਕਾਰ ਕੌਣ ਹੈਡ ਕਰ ਰਿਹਾ, ਕੌਣ ਕਾਨੂੰਨ ਬਣਾ ਰਿਹਾ, ਕੌਣ ਬਾਰ-ਬਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਮੰਨ ਨਹੀਂ ਰਿਹਾ। ਮੈਂ ਸਿਰਫ ਸੈਂਟਰ ਦੀ ਸਰਕਾਰ ਦੀ ਗੱਲ ਨਹੀਂ ਕਰਦਾ, ਮੈਂ ਮਨੋਹਰ ਲਾਲ ਖੱਟਰ ਦੀ ਵੀ ਗੱਲ ਕਰਦਾ ਕਿ ਉਹਨਾਂ ਨੇ ਕਿੰਨਾ ਅੰਨਾ ਤਸ਼ੱਦਦ ਢਾਇਆ ਸਾਡੇ ਕਿਸਾਨਾਂ ਤੇ। ਮਤਲਬ ਠੀਕ ਹੈ, ਇੱਕ ਹੌਸਲਾ ਅਫਜ਼ਾਈ ਕਰਨ ਨੂੰ ਜਾਂ ਇੱਕ ਪੰਜਾਬੀ ਹੋਣ ਦੇ ਨਾਤੇ ਸਾਡੇ ਜਿਗਰੇ ਵੱਡੇ ਨੇ ਕਿ ਅਸੀਂ ਉਸ ਚੀਜ਼ ਨੂੰ ਫੀਲ ਨਹੀਂ ਕਰਦੇ, ਪਰ ਉਹਨਾਂ ਨੇ ਕੀ ਕੀਤਾ ਇਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਸਾਡੇ ਕਿਸਾਨ ਵੀਰਾਂ ਦੇ ਉੱਤੇ ਦੇਖੋ, ਜਦੋਂ ਉਹਨਾਂ ਨੇ ਪੀਸਫੁਲ ਪ੍ਰੋਟੈਸਟ ਕਰਨਾ ਸੀ, ਹੁਣ ਤਾਂ ਚਲੋ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਪੀਸਫੁਲ ਪ੍ਰੋਟੈਸਟ ਕਰਨਾ ਸਾਡਾ ਰਾਈਟ ਹੈ। ਤੁਸੀਂ ਹਿਊਮਨ ਰਾਈਟਸ ਦੀ ਗੂਗਲ ਦੇ ਉੱਤੇ ਕੱਢ ਲਓ, ਹਿਊਮਨ ਰਾਈਟਸ ਦੇ ਵਿੱਚ ਜਾਂ ਫੰਡਾਮੈਂਟਲ ਰਾਈਟਸ ਦੇ ਵਿੱਚ ਜਿਹੜਾ ਸਾਡਾ ਪ੍ਰੋਟੈਸਟ ਕਰਨਾ ਸਾਡਾ ਅਧਿਕਾਰ ਹੈ। ਸਾਨੂੰ ਕੋਈ ਵੀ ਚੀਜ਼ ਸਰਕਾਰ ਦੀ ਚੰਗੀ ਨਹੀਂ ਲੱਗਦੀ, ਅਸੀਂ ਘੱਟੋ ਘੱਟ ਆਪਣਾ ਰੋਸ ਤਾਂ ਜ਼ਾਹਿਰ ਕਰ ਸਕਦੇ ਹਾਂ ਨਾ। ਅਸੀਂ ਕੋਈ ਕਿਰਪਾਨਾਂ, ਡਾਂਗਾ ਜਾਂ ਤਲਵਾਰਾਂ ਲੈ ਕੇ ਤਾਂ ਕਿਤੇ ਗਏ ਨਹੀਂ, ਅਸੀਂ ਕੋਈ ਲੁੱਟਾ ਖੋਹਾਂ ਕਰਨ ਨਹੀਂ ਗਏ। ਸਾਡਾ ਪੀਸਫੁਲ ਪ੍ਰੋਟੈਸਟ ਪਿਛਲੇ 1 ਮਹੀਨੇ ਤੋਂ ਚੱਲ ਰਿਹਾ ਔਰ ਖੱਟੜ ਦੀ ਸਰਕਾਰ ਨੇ ਸਾਡੇ
ਕਿਸਾਨ ਭਰਾਵਾਂ ਤੇ ਅੰਨਾ ਤਸ਼ੱਦਦ ਢਾਉਂਦੇ ਹੋਏ ਦੇਖੋ ਵਾਟਰ ਕੈਨਨਸ ਚਲਾਏ ਠੰਡ ਦੇ ਵਿੱਚ, ਹਰ ਤਰ੍ਹਾਂ ਦਾ ਉਹ ਹੀਲਾ ਵਰਤਿਆ, ਸੜਕਾਂ ਰੋਕੀਆਂ, ਰਾਹ ਰੋਕੇ, ਟੋਏ ਪੱਟੇ, ਪੱਥਰ ਰੱਖਤੇ, ਔਰ ਉਹ ਵਿਚਾਰੇ ਪੀਸਫੁਲੀ ਆਪਣੀ ਹਰ ਚੀਜ਼ ਉੱਥੋਂ ਹਟਾਉਂਦੇ ਗਏ। ਉਹਨਾਂ ਨੇ ਕਿਸੇ ਦਾ ਕੋਈ ਵਿਰੋਧ ਨਹੀਂ ਕੀਤਾ, ਉਹਨਾਂ ਦੇ ਹੱਥ 'ਚ ਕੋਈ ਡਾਂਗ ਨਹੀਂ ਸੀ, ਕੋਈ ਕਿਰਪਾਨ ਨਹੀਂ ਸੀ, ਕਿਸੇ ਦੇ ਹੱਥ 'ਚ ਕੋਈ ਬੰਦੂਕ ਨਹੀਂ ਸੀ। ਇਹ ਨਹੀਂ ਕਿ ਸਾਨੂੰ ਬੰਦੂਕਾਂ ਚੱਕਣੀਆਂ ਨਹੀਂ ਆਉਂਦੀਆਂ। ਪੰਜਾਬ ਦਾ ਇਤਿਹਾਸ ਗੋਰੇ ਵੀ ਜਾਣਦੇ ਆ, ਗੋਰਿਆਂ ਤੋਂ ਬਾਅਦ ਵੀ ਬਹੁਤ ਕੁਝ ਹੋਇਆ, ਮੈਂ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਪਰ ਸਾਡਾ ਇਤਿਹਾਸ ਸਾਰਿਆਂ ਨੂੰ ਪਤਾ ਹੈ, ਸਾਨੂੰ ਸਭ ਕੁਝ ਕਰਨਾ ਆਉਂਦਾ। ਪਰ ਜੇ ਅਸੀਂ ਪੀਸਫੁਲੀ ਲੜ ਰਹੇ ਹਾਂ, ਅਸੀਂ ਹੱਥ ਬੰਨ੍ਹ ਕੇ ਲੜ ਰਹੇ ਹਾਂ, ਤੇ ਸਰਕਾਰ ਨੂੰ ਸਾਡੇ ਤੇ ਥੋੜਾ ਬਹੁਤਾ ਤਾਂ ਤਰਸ ਹੋਣਾ ਚਾਹੀਦਾ। ਸਰਕਾਰ ਨਹੀਂ ਮੰਨ ਰਹੀ, ਉਲਟਾ ਕੀ ਕਰ ਰਹੀ ਹੈ। ਮੈਂ FIRਾਂ ਕੱਢੀਆਂ, ਦੇਖੋ ਅੰਬਾਲੇ ਇਹਨਾਂ ਨੇ FIR ਸਾਡੇ ਤੇ ਕੀਤੀ, ਕਿਸਾਨ ਭਰਾਵਾਂ ਤੇ FIR ਇਹ ਕੀ ਦੇ ਰਹੇ ਨੇ ਕਿ ਕਿਸਾਨ ਵੀਰਾਂ ਦੇ ਉੱਤੇ 307 ਦਾ ਪਰਚਾ ਦਰਜ ਕਰਤਾ ਜੀ, ਅਟੈਂਪਟ ਟੂ ਮਰਡਰ ਦਾ। ਉਹਨਾਂ ਦੇ ਤੋਂ ਤੁਸੀਂ ਵਾਟਰ ਕੈਨਨ ਲਗਾਏ, ਵਾਟਰ ਕੈਨਨ ਨਾਲ ਤੁਸੀਂ ਠੰਡ ਦੇ ਵਿੱਚ ਇੱਕ ਬੰਦੇ ਦੇ ਕੱਪੜੇ ਗਿੱਲੇ ਕਰ ਦੋਗੇ, ਸਾਰਾ ਦਿਨ ਉਹ ਸਹੀ ਤਰ੍ਹਾਂ ਬੈਠ ਨਹੀਂ ਸਕਦਾ। ਆਪਾਂ ਇੱਥੇ ਬੈਠੇ ਸੋਚ ਵੀ ਨਹੀਂ ਸਕਦੇ ਕਿ ਉਹ ਸਾਡੇ ਵੀਰ ਕੀ ਹੰਢਾ ਰਹੇ ਆ। ਉਲਟਾ ਜਦੋਂ ਇੱਕ ਵੀਰ ਨੇ ਵਾਟਰ ਕੈਨਨ ਬੰਦ ਕੀਤਾ ਤਾਂ ਮਤਲਬ ਬੇਸ਼ਰਮੀ ਦੀ ਹੱਦ ਹੁੰਦੀ ਹੈ। ਕੋਈ ਕਾਨੂੰਨ ਦਾ ਮਿਸਯੂਜ਼ ਮਤਲਬ ਜਿੰਨਾ ਇੰਡੀਆ ਦੇ ਵਿੱਚ ਅੱਜ ਦੀ ਡੇਟ 'ਚ ਹੋ ਰਿਹਾ, ਮੈਨੂੰ ਨਹੀਂ ਲੱਗਦਾ ਅੱਜ ਤੱਕ ਕਦੇ ਗੋਰਿਆਂ ਨੇ ਵੀ ਕੀਤਾ ਹੋਣਾ। 307 ਦਾ ਪਰਚਾ ਉਸ ਵੀਰ ਤੇ ਦੇ ਦਿੱਤਾ ਜਿਹਨੇ ਵਾਟਰ ਕੈਨਨ ਬੰਦ ਕੀਤਾ। ਉਹ ਵਾਟਰ ਕੈਨਨ ਬੰਦ ਕਰਨ ਨਾਲ ਉਹ ਤੁਹਾਡੇ ਦੇ ਉੱਤੇ ਕੀ ਅਟੈਂਪਟ ਟੂ ਮਰਡਰ ਉਹਨੇ ਕਰਤਾ। ਜਾਂ ਤਾਂ ਤੁਸੀਂ ਕਾਨੂੰਨ ਪੜ੍ਹਿਆ ਨਹੀਂ, ਜਾਂ ਤੁਸੀਂ ਲੋੜ ਤੋਂ ਵੱਧ ਕਾਨੂੰਨ ਨੂੰ ਆਪਣਾ ਸਮਝ ਕੇ ਆਪਣੇ ਹਿਸਾਬ ਨਾਲ ਤੋੜ ਮਰੋੜ ਕਰਕੇ ਚਲਾਉਣ ਲੱਗ ਗਏ। ਜੀ ਆ ਨਹੀਂ ਲੱਗਦਾ ਕਿਤੇ ਨਾ ਕਿਤੇ ਇਹ ਜਿਹੜੇ 307 ਦੇ ਮੁਕੱਦਮੇ ਜਿਹੜੇ ਦਰਜ ਕੀਤੇ ਜਾ ਰਹੇ ਨੇ, ਇਹ ਸਾਡੇ ਉਸ ਵੀਰਾਂ ਨੂੰ ਜਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਸੰਘਰਸ਼ ਨੂੰ ਕਿਤੇ ਨਾ ਕਿਤੇ ਤੋੜ ਮੋੜਿਆ ਜਾਵੇ ਜਾਂ ਕੁਝ ਕੀਤਾ ਜਾਵੇ। ਇੱਦਾਂ ਦੀ ਜਦੋਂ ਧਾਰਾਵਾਂ ਲਗਾਈਆਂ ਜਾਣਗੀਆਂ, ਇਹ ਸੋਚਦੇ ਹੋਣੇ ਨੇ ਕਿ ਇਹ ਇਸ ਕਰਕੇ ਇਹ ਸਾਰਾ ਕੰਮ ਕੀਤਾ ਜਾ ਰਿਹਾ। ਦੇਖੋ ਇਹ ਬੇਸਿਕਲੀ ਸਾਨੂੰ ਡੀਮੋਰਲਾਈਜ਼ ਕਰਨਾ ਚਾਹੁੰਦੇ ਨੇ। ਇਹ ਚਾਹੁੰਦੇ ਨੇ ਵੀ ਕਿਸਾਨਾਂ ਨੂੰ ਅਸੀਂ ਡੀਮੋਟੀਵੇਟ ਕਰੀਏ, ਹਰ ਹੀਲਾ ਵਰਤੀਏ। ਦੇਖੋ ਜਿਹੜੀ ਮਾਂ ਨੂੰ ਪਤਾ ਲੱਗੂਗਾ ਕਿ ਮੇਰੇ ਪੁੱਤ ਤੇ ਅੱਜ ਇੱਥੋਂ 200 ਕਿਲੋਮੀਟਰ ਅੱਗੇ ਜਾ ਕੇ 307 ਦਾ ਪਰਚਾ ਦਰਜ ਹੋ ਗਿਆ, ਕੱਲ ਨੂੰ ਇਹਨੂੰ ਤੁਸੀਂ ਛੋਟਾ ਨਾ ਸਮਝੋ, ਕੱਲ ਨੂੰ ਤਰੀਕਾਂ ਵੀ ਭੁਗਤਣੀਆਂ ਨੇ। ਉਹ ਠੀਕ ਹੈ, ਸਾਡੇ ਜਿਗਰੇ ਬਹੁਤ ਵੱਡੇ ਨੇ, ਅਸੀਂ ਪਰਵਾਹ ਨਹੀਂ ਕਰਦੇ ਪਏ ਇਸ ਚੀਜ਼ ਦੀ, ਪਰ ਸਰਕਾਰ ਦਾ ਫਰਜ਼, ਸਰਕਾਰ ਆਪਣਾ ਕਿੰਨਾ ਬਖੂਬੀ ਫਰਜ਼ ਨਿਭਾ ਰਹੀ ਹੈ ਡਿਕਟੇਟਰਸ਼ਿਪ ਦਾ। ਡੈਮੋਕ੍ਰੇਸੀ ਨਾਂ ਦੀ ਚੀਜ਼ ਹੀ ਖਤਮ ਹੋ ਗਈ ਇੰਡੀਆ ਦੇ ਵਿੱਚ। ਸਰਕਾਰ ਨੇ FIRਾਂ ਦੇਖੋ ਜਵਾਨ ਮੁੰਡਿਆਂ ਤੇ, ਸਾਡੇ ਬਜ਼ੁਰਗ ਤੁਸੀਂ ਵੀਡੀਓਜ਼ ਦੇਖੋ, 60 ਸਾਲ ਤੋਂ ਕਿਸੇ ਦੀ ਉਮਰ ਘੱਟ ਨਹੀਂ, ਕੋਈ 80 ਸਾਲ ਦਾ ਬਜ਼ੁਰਗ ਹੈ, ਕੋਈ 75 ਸਾਲ ਦਾ ਬਜ਼ੁਰਗ ਹੈ। ਯਾਰ ਤੁਸੀਂ ਉਹਨਾਂ ਤੇ ਡੰਡੇ ਵਰਸਾ ਰਹੇ ਹੋ ਨਿਹੱਥਿਆਂ ਤੇ, ਔਰ ਉਹ ਕਰ ਕੀ ਰਹੇ ਨੇ? ਉਹ ਸਿਰਫ ਇੱਕੋ ਮੰਗ ਰੱਖ ਰਹੇ ਨੇ, ਸਾਡੇ ਕਾਨੂੰਨ, ਆਪਣੇ ਇਹ ਕਾਨੂੰਨ ਵਾਪਸ ਲੈ ਲਓ, ਜਾਂ ਸਾਨੂੰ ਦਿੱਲੀ ਪਹੁੰਚ ਲੈਣ ਦਿਓ, ਅਸੀਂ ਆਪਣਾ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ। ਦੇਖੋ ਮੈਂ ਇੱਕ ਬੜੀ ਇੰਪੋਰਟੈਂਟ ਗੱਲ ਕਰਨਾ ਚਾਹੂੰਗਾ। ਕੁਝ ਮਹੀਨੇ ਪਹਿਲਾਂ ਆਪਾਂ ਸਾਰਿਆਂ ਨੇ ਦੇਖਿਆ ਅਮਰੀਕਾ ਦੇ ਵਿੱਚ ਬਲੈਕ ਲਾਈਵਜ਼ ਮੈਟਰ ਕਰਕੇ ਇੱਕ ਪ੍ਰੋਟੈਸਟ ਹੋਇਆ। ਦੇਖੋ ਅਮਰੀਕਾ ਆਪਣੇ ਆਪ ਨੂੰ ਸੁਪਰ ਪਾਵਰ ਮੰਨਦਾ, ਉਹ ਸੁਪਰ ਪਾਵਰ ਦੇ ਵਿੱਚ ਵੀ ਉਹਨਾਂ ਲੋਕਾਂ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ, ਅੱਧਾ ਅਮਰੀਕਾ ਲੁੱਟ ਲਿਆ, ਉੱਥੇ ਦੀਆਂ ਦੁਕਾਨਾਂ ਲੁੱਟ ਲਈਆਂ, ਘਰਾਂ ਦੇ ਉੱਤੇ ਡਾਕੇ ਮਾਰਤੇ, ਗੱਡੀਆਂ ਖੋਲੀਆਂ, ਪੁਲਿਸ ਵਾਲੇ ਬੇਤਹਾਸ਼ਾ ਕੁੱਟੇ। ਕੀ ਇਸ ਤਰ੍ਹਾਂ ਦਾ ਪ੍ਰੋਟੈਸਟ ਇੰਡੀਆ 'ਚ ਵੀ ਬੜੇ ਹੋਏ ਨੇ? ਪਰ ਮੈਨੂੰ ਨਹੀਂ ਲੱਗਦਾ ਕੋਈ ਜੋ ਇਹ ਪ੍ਰੋਟੈਸਟ ਹੈ ਵੀ ਇਦਾਂ ਦਾ ਵੀ ਕੋਈ ਪ੍ਰੋਟੈਸਟ ਇੰਡੀਆ ਦੀ ਹਿਸਟਰੀ 'ਚ ਹੋਇਆ ਹੋਣਾ। ਇੰਨਾ ਪੀਸਫੁਲ ਪ੍ਰੋਟੈਸਟ, ਇੰਨਾ ਸ਼ਾਂਤਮਈ। ਔਰ ਕਹਿੰਦੇ ਨੇ ਪ੍ਰੋਟੈਸਟ ਦੇ ਵਿੱਚ ਨਾ ਮਾਵਾਂ ਪੁੱਤ ਆਪਣੇ ਭੇਜਦੀਆਂ ਨਹੀਂ ਵੀ ਭਾਈ ਉਹ ਪ੍ਰੋਟੈਸਟ ਕਰ ਰਹੇ ਨੇ, ਇਹਨਾਂ ਹੋਵੇ ਡਾਂਗ ਸੋਟੀ ਚੱਲਣਗੇ, ਤੇਰੇ ਵੀ ਵੱਜ ਜਾਵੇ। ਇੱਥੇ ਮਾਵਾਂ ਭੇਜਦੀਆਂ ਨੇ ਵੀ ਉੱਥੇ ਜਾਓ, ਉੱਥੇ ਤੁਸੀਂ ਉਲਟਾ ਸੇਫ ਹੋ। ਉਹ ਇਹ ਕਿੱਦਾਂ ਦਾ ਪ੍ਰੋਟੈਸਟ ਹੈ ਯਾਰ? ਵੀ ਉੱਥੇ ਤਾਂ ਜਿਹੜੇ ਲੋਕ ਆਸ-ਪਾਸ ਵਾਲੇ ਨੇ, ਜਿਹੜੇ ਰਾਤ 8-9 ਵਜੇ ਤੋਂ ਬਾਅਦ ਦੁਕਾਨਾਂ ਬੰਦ ਕਰ ਜਾਂਦੇ ਸੀ, ਉਹਨਾਂ ਦੀਆਂ ਇੰਟਰਵਿਊਆਂ ਆ ਰਹੀਆਂ ਨੇ, ਉਹ ਕਹਿੰਦੇ ਅਸੀਂ ਰਾਤ 12 ਵਜੇ ਤੱਕ ਵੀ ਦੁਕਾਨ ਖੋਲੀ ਰੱਖਦੇ ਹਾਂ। ਕਿਉਂਕਿ ਪੰਜਾਬੀ ਬੈਠਾ, ਉਹ ਕਹਿੰਦੇ ਸਾਨੂੰ ਪਤਾ ਹੈ ਵੀ ਅਸੀਂ ਇੱਥੇ ਸੇਫ ਹਾਂ, ਪੰਜਾਬ ਦੇ ਲੋਕ ਇੱਥੇ ਬੈਠੇ ਨੇ ਸਾਡੀ ਸੇਫਟੀ ਵਾਸਤੇ। ਦੇਖੋ ਕਿੰਨੀ ਵਧੀਆ ਚੀਜ਼ ਹੈ। ਮਤਲਬ ਸਾਡਾ ਦਿਲ ਇੰਨਾ ਕੁ ਖੁਸ਼ ਹੁੰਦਾ ਇਸ ਜਿਹੀਆਂ ਗੱਲਾਂ ਦੇਖ ਕੇ, ਮਤਲਬ ਇੱਕ ਮਾਣ ਮਹਿਸੂਸ ਹੁੰਦਾ ਕਿ ਅਸੀਂ ਪੰਜਾਬ ਦੀ ਧਰਤੀ ਤੇ ਜਨਮ ਲਿਆ। ਉੱਥੇ ਪ੍ਰੋਟੈਸਟ, ਮੈਂ ਪ੍ਰੋਟੈਸਟ ਦੀ ਗੱਲ ਕਰ ਰਿਹਾ ਸੀ ਵੀ ਇਸ ਤਰ੍ਹਾਂ ਦੇ ਪ੍ਰੋਟੈਸਟ ਅੱਗੇ ਵੀ ਬੜੇ ਹੋਏ ਨੇ, ਸਭ ਤੋਂ ਪੀਸਫੁਲ ਪ੍ਰੋਟੈਸਟ ਹੈ। ਪਰ ਜੇ ਤੁਸੀਂ ਪੀਸਫੁਲ ਪ੍ਰੋਟੈਸਟ ਦੇ ਵੀ ਉੱਤੇ ਤੁਸੀਂ ਹਰ ਤਰ੍ਹਾਂ ਦਾ ਉਹ ਹੀਲਾ ਵਰਤ ਲਿਆ, ਦੇਖੋ ਤੁਸੀਂ ਕੋਈ ਵੀ ਤਰੀਕਾ ਨਹੀਂ ਛੱਡਿਆ। ਤੁਸੀਂ ਪੰਜਾਬ ਤੇ ਹਰਿਆਣੇ ਨੂੰ ਵੀ, ਕਿਸਾਨਾਂ ਨੂੰ ਵੀ ਫੁੱਟ ਪਵਾਉਣ ਦੀ ਕੋਸ਼ਿਸ਼ ਕੀਤੀ। ਆਪਸ ਦੇ ਵਿੱਚ SYL ਦਾ ਮੁੱਦਾ, ਇਹ ਇਸ ਨਾਜ਼ੁਕ ਮੋੜ ਤੇ ਜਦੋਂ ਲੋਕਾਂ ਦੀਆਂ ਜ਼ਮੀਨਾਂ ਜਾ ਰਹੀਆਂ ਨੇ, ਉਦੋਂ ਤੁਸੀਂ ਪਾਣੀ ਦਾ ਮੁੱਦਾ ਚੱਕ ਰਹੇ ਹੋ। ਉਹ ਜੇ ਜ਼ਮੀਨਾਂ ਹੀ ਨਹੀਂ ਰਹਿਣਗੀਆਂ ਤਾਂ ਪਾਣੀ ਕਿੱਥੋਂ ਰਹਿ ਜਾਊਗਾ? ਉਸ ਟਾਈਮ ਤੇ ਜਾਣ ਕੇ ਮੁੱਦੇ ਚੱਕੇ ਜਾ ਰਹੇ ਨੇ, ਡੀਮੋਟਿਵ ਕਰਨ ਲਈ ਪਰਚੇ ਦਿੱਤੇ ਜਾ ਰਹੇ ਨੇ, FIRਾਂ ਦਿੱਤੀਆਂ ਜਾ ਰਹੀਆਂ ਨੇ। ਔਰ ਜਿਹੜੀ ਬੜੀ ਜ਼ਰੂਰੀ ਗੱਲ ਹੈ, ਦੇਖੋ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਪੰਜਾਬ ਦਾ ਜਿਹੜਾ ਯੂਥ ਹੈ ਇਹ ਅਨਪੜ੍ਹ ਨਹੀਂ ਹੈਗਾ। ਕਿਸੇ ਇੱਕ ਸਾਡੇ ਪੰਜਾਬੀ ਵੀਰ ਨੇ ਉੱਥੇ ਇੰਗਲਿਸ਼ 'ਚ 4 ਗੱਲਾਂ ਕਰਤੀਆਂ ਤੇ ਇਹ ਕਹਿੰਦੇ ਜੀ ਉਹ ਤਾਂ ਕਿਸਾਨ ਹੀ ਨਹੀਂ ਹੈ, ਨਹੀਂ ਵੀ ਇਹ ਤਾਂ ਇੰਗਲਿਸ਼ 'ਚ ਗੱਲ ਕਰ ਰਿਹਾ। ਉਹ ਯਾਰ ਸਾਨੂੰ ਕਿਹੜੀ ਭਾਸ਼ਾ ਨਹੀਂ ਆਉਂਦੀ? ਸਾਡਾ ਪੰਜਾਬੀ ਕਿੱਥੇ ਕਿੱਥੇ ਬੈਠਾ ਹੈ ਇੰਡੀਆ ਦੇ ਵਿੱਚ, ਜਿੰਨੀਆਂ ਭਾਸ਼ਾਵਾਂ ਸਾਨੂੰ ਆਉਂਦੀਆਂ ਨੇ, ਸਾਨੂੰ ਫ੍ਰੈਂਚ ਆਉਂਦੀ ਆ, ਸਾਨੂੰ ਹਰ ਉਹ ਲੈਂਗੁਏਜ ਆਉਂਦੀ ਆ। ਸਿਰਫ ਤੇ ਸਿਰਫ ਇਹਨਾਂ ਨੂੰ ਇਹ ਦੱਸਣ ਵਾਸਤੇ ਕਿ ਅਸੀਂ ਕਿਸੇ ਵੀ ਗੱਲੋਂ ਕਮਜ਼ੋਰ ਨਹੀਂ ਹੈਗੇ,
ਅਸੀਂ FIR ਬਾਏ ਨੇਮ ਨਰਿੰਦਰ ਮੋਦੀ ਦੇ ਉੱਤੇ ਕੰਪਲੇਂਟ ਦੇ ਕੇ ਆਏ ਹਾਂ। ਅਸੀਂ ਸਾਰੇ ਵਕੀਲ ਭਰਾ ਇਕੱਠੇ ਹੋ ਕੇ ਅਮਿਤ ਸ਼ਾਹ ਦੇ ਉੱਤੇ ਕੰਪਲੇਂਟ ਦੇ ਕੇ ਆਏ ਹਾਂ, ਨਰਿੰਦਰ ਸਿੰਘ ਤੋਮਰ ਦੇ ਉੱਤੇ ਕੰਪਲੇਂਟ ਦੇ ਕੇ ਆਏ ਹਾਂ, ਮਨੋਹਰ ਲਾਲ ਖੱਟੜ ਦੇ ਉੱਤੇ ਕੰਪਲੇਂਟ ਦੇ ਕੇ ਆਏ ਹਾਂ। ਸਾਨੂੰ FIR ਨਾ ਦਰਜ ਕਰਾਉਣੀਆਂ ਆਉਂਦੀਆਂ ਨੇ। ਇਹ ਇਸ ਤੋਂ ਇਲਾਵਾ ਅਸੀਂ ਸਿਰਫ ਤੇ ਸਿਰਫ ਸਾਨੂੰ ਪਤਾ ਹੈ ਵੀ ਸਾਨੂੰ ਇਨਸਾਫ ਦੀ ਉਮੀਦ ਘੱਟ ਹੈ, ਇਸ ਕਰਕੇ ਅਸੀਂ ਕੁਝ ਜਿਹੜੇ ਬਾਹਰਲੇ ਅਦਾਰੇ ਨੇ ਇੰਡੀਆ ਤੋਂ ਬਾਹਰਲੇ, ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ, ਯੂਨਾਈਟਿਡ ਨੇਸ਼ਨ ਆਫਿਸ ਫॉर द ਕੋਆਰਡੀਨੇਸ਼ਨ ਆਫ ਹਿਊਮਨ ਰਾਈਟਸ ਅਫੇਅਰਸ, ਇੰਟਰਨੈਸ਼ਨਲ ਫੈਡਰੇਸ਼ਨ ਫॉर ਹਿਊਮਨ ਰਾਈਟਸ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇੰਟਰਨੈਸ਼ਨਲ ਲਾਅ ਕਮਿਸ਼ਨ, ਇੰਟਰਨੈਸ਼ਨਲ ਸੈਂਟਰ ਫॉर ट्रांजिशन ਜਸਟਿਸ, ਐਸੋਸੀਏਸ਼ਨ ਫॉर द ਪ੍ਰੀਵੈਂਸ਼ਨ ਆਫ ਟਾਰਚਰ। ਇਹ ਕੁੱਲ ਮੇਰੇ ਕੋਲੇ 15 ਅਦਾਰੇ ਨੇ ਜਿਨ੍ਹਾਂ ਨੂੰ ਅਸੀਂ ਨਾਲ ਮੇਲ ਕੀਤੀਆਂ ਨੇ ਕਿ ਤੁਸੀਂ ਇੱਥੇ ਆ ਕੇ ਇੰਟਰਵੀਨ ਕਰੋ ਔਰ ਇਹ ਦੇਖੋ ਕਿ ਇੰਡੀਆ ਦੀ ਡੈਮੋਕ੍ਰੇਸੀ ਦਾ ਕਿੱਦਾਂ ਘਾਣ ਹੋ ਰਿਹਾ, ਕਿਸ ਤਰ੍ਹਾਂ ਜਿਹੜੀ ਸਪੈਸ਼ਲ ਪ੍ਰਿਵਿਲੇਜ ਮਿਲਦੀ ਹੈ ਇੱਥੇ ਦੇ ਲੀਡਰਾਂ ਨੂੰ ਤੇ ਕਿਵੇਂ ਅੰਨਾ ਤਸ਼ੱਦਦ ਢਾਇਆ ਜਾਂਦਾ ਹੈ ਆਮ ਲੋਕਾਂ ਤੇ। ਤੇ ਉੱਥੇ ਜਦੋਂ ਤੁਸੀਂ ਪਹੁੰਚੇ ਹੋ DGP ਪੰਜਾਬ ਹਰਿਆਣਾ ਦੇ ਕੋਲ ਜਦੋਂ ਪਹੁੰਚੇ ਸੀਗੇ ਤੇ ਉੱਥੇ ਮਤਲਬ DGP ਸਾਹਿਬ ਨੇ ਤੁਹਾਨੂੰ ਪਹਿਲੇ ਕਿੰਨੀ ਦੇਰ ਵੇਟ ਕਰਾਈ ਤੇ ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਤੁਹਾਡੀ ਕੰਪਲੇਂਟ ਜਿਹੜੀ ਲਿੱਤੀ ਤੇ ਜੇ ਕੰਪਲੇਂਟ ਲੈਣ ਤੋਂ ਬਾਅਦ ਕੀ ਯਕੀਨ ਕੀ ਦਿਵਾਇਆ ਗਿਆ ਕਿ ਬਹੁਤ ਹੀ ਵੱਡੀ ਜਦੋਂ ਕੰਪਲੇਂਟ ਹੈ ਇਹ ਮੈਂ ਕਹਿ ਰਿਹਾ ਲੋਕਲ CM ਦੇ ਖਿਲਾਫ ਨਹੀਂ ਹੈਗੀ ਆ, ਲੇਕਿਨ ਇੰਨੀ ਵੱਡੀ ਕੰਪਲੇਂਟ ਦੇਣ ਤੋਂ ਬਾਅਦ ਵੀ DGP ਦੇ ਹੱਥ ਤੁਸੀਂ ਦੇਖੇ ਸੀ ਕੰਮਦੇ ਹੋਏ ਕਿ ਇਹ ਕੰਪਲੇਂਟ ਕਿੱਥੋਂ ਦੇਣ ਆ ਗਏ ਯਾਰ, ਕੀ ਇਹ ਹੋ ਰਿਹਾ ਵਾ? ਮੈਨੂੰ ਉੱਥੇ ਬੰਦਾ ਕਹਿੰਦਾ ਜੀ ਜਿਹੜੇ ਬੰਦਿਆਂ ਨੂੰ ਤੁਸੀਂ ਦੋਸ਼ੀ ਬਣਾ ਰਹੇ ਹੋ, ਜੇ ਅਸੀਂ ਸੁਣਵਾਈ ਨਹੀਂ ਨਾ ਕਰਦੇ ਤਾਂ ਲੋਕ ਇਹਨਾਂ ਕੋਲੇ ਅਪੀਲ ਕਰਦੇ ਆ ਸਾਡੇ ਖਿਲਾਫ ਤੇ ਤੁਸੀਂ ਉਹਨਾਂ ਨੂੰ ਸਾਡੀਆਂ ਕੰਪਲੇਂਟ ਦੇ ਵਿੱਚ ਦੋਸ਼ੀ ਬਣਾਇਆ ਹੋਇਆ। ਮੈਂ ਕਿਹਾ ਜੀ ਵੀ ਜਿਹੜਾ ਇੰਡੀਆ ਦਾ ਕਾਨੂੰਨ ਆ, ਦੇਖੋ ਸਾਡਾ ਕਾਨੂੰਨ ਮਾੜਾ ਨਹੀਂ, ਸਾਡਾ ਦੇਸ਼ ਮਾੜਾ ਨਹੀਂ, ਇੰਡੀਅਨ ਕਨਸਟੀਟਿਊਸ਼ਨ ਮਾੜਾ ਨਹੀਂ, ਇਹਨਾਂ ਨੂੰ ਚਲਾਉਣ ਵਾਲੇ ਜ਼ਰੂਰ ਮਾੜੇ ਨੇ। ਸਾਡੇ ਦੇਸ਼ ਦਾ ਸੰਵਿਧਾਨ ਬਹੁਤ ਵਧੀਆ, ਧਾਰਾਵਾਂ ਬਹੁਤ ਵਧੀਆ। ਹੁਣ ਮੈਂ IPC ਦੀ ਗੱਲ ਕਰਦਾ ਵੀ ਇੰਡੀਅਨ ਪੀਨਲ ਕੋਡ ਦੇ ਮੁਤਾਬਿਕ ਧਾਰਾ 306 ਦੇ ਮੁਤਾਬਿਕ ਜੇ ਕਿਸੇ ਵੀ ਬੰਦਾ ਕੋਈ ਵੀ ਬੰਦਾ ਸੁਸਾਈਡ ਕਮਿਟ ਕਰਦਾ ਔਰ ਉਹ ਲਿਖ ਕੇ ਜਾਂਦਾ ਕਿ ਮੈਂ ਇਹਨਾਂ ਕਾਰਨਾਂ ਕਰਕੇ ਜਾਂ ਇਹ ਬੰਦੇ ਕਰਕੇ ਮੈਂ ਸੁਸਾਈਡ ਕਮਿਟ ਕਰ ਰਿਹਾ ਔਰ ਇਹਨੇ ਫੋਰਸ ਇੰਨਾ ਕੀਤਾ ਮੈਨੂੰ ਮੇਰੇ ਕੋਲੇ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਕਿ ਮੈਂ ਸੁਸਾਈਡ ਤੋਂ ਇਲਾਵਾ ਕੋਈ ਕੰਮ ਕਰ ਸਕਾਂ। ਸੰਤ ਰਾਮ ਸਿੰਘ ਜੀ ਨੇ ਵੀ ਇਸ ਤਰ੍ਹਾਂ ਹੀ ਸੁਸਾਈਡ ਨੋਟ ਆਪਣਾ ਲਿਖਿਆ, ਉਹਦੇ 'ਚ ਦੱਸਿਆ ਵੀ ਮੈਂ ਸਰਕਾਰਾਂ ਦਾ ਜਿਹੜਾ ਅੰਨਾ ਤਸ਼ੱਦਦ ਹੈ, ਇਨਜਸਟਿਸ ਹੋ ਰਿਹਾ, ਸਰਕਾਰਾਂ ਦੇਖੋ ਅਸੀਂ ਜਸਟਿਸ ਕਿਹਦੇ ਕੋਲ ਲੈਣਾ, ਸਾਨੂੰ ਸਰਕਾਰ ਹੀ ਇਨਜਸਟਿਸ ਦੇ ਰਹੀ ਹੈ। ਇਨਜਸਟਿਸ ਦੇ ਖਿਲਾਫ ਉਹਨਾਂ ਨੇ ਆਪਣੀ ਇਹ ਸ਼ਹਾਦਤ ਦਿੱਤੀ ਹੈ ਔਰ ਇਹ ਸ਼ਹਾਦਤ ਦੇ ਵਿੱਚ ਮਤਲਬ ਪ੍ਰਧਾਨ ਮੰਤਰੀ ਇਹ ਨਾ ਸੋਚੇ ਵੀ ਪੰਜਾਬ ਦਾ ਯੂਥ ਡਰਿਆ ਹੋਇਆ ਜਾਂ ਇਹ ਪ੍ਰਧਾਨ ਮੰਤਰੀ ਹੈ ਤੇ ਅਸੀਂ ਇੱਥੇ ਕਾਰਵਾਈ ਨਹੀਂ ਕਰਾਵਾਂਗੇ। ਸਿਰਫ ਇਹ ਵਹਿਮ ਕੱਢਣ ਵਾਸਤੇ ਪ੍ਰਧਾਨ ਮੰਤਰੀ ਦੇ ਉੱਤੇ ਬਾਈ ਨੇਮ ਅਸੀਂ ਕੰਪਲੇਂਟ ਦੇ ਕੇ ਆਏ ਹਾਂ ਕਿ ਇਹਦੇ ਤੇ FIR ਦਰਜ ਹੋਣੀ ਚਾਹੀਦੀ ਹੈ। ਜਦੋਂ ਸੰਤ ਜੀ ਨੇ ਆਪਣੇ ਸੁਸਾਈਡ ਨੋਟ 'ਚ ਕਹਿ ਹੀ ਦਿੱਤਾ ਵੀ ਸਰਕਾਰਾਂ ਕਰਕੇ ਮੈਂ ਸੁਸਾਈਡ ਕਮਿਟ ਕਰ ਰਿਹਾ, ਆਹ ਸੁਸਾਈਡ ਨੋਟ ਹੈ ਜੀ। ਜਦੋਂ ਉਹਨਾਂ ਨੇ ਇਹ ਗੱਲ ਕਹਿ ਹੀ ਦਿੱਤੀ ਤੇ ਫਿਰ ਸਰਕਾਰ, ਮੇਰੀ DGP ਸਾਹਿਬ ਨਾਲ ਗੱਲ ਹੋਈ ਜੀ, DGP ਸ਼੍ਰੀ ਮਨੋਜ ਯਾਦਵ ਜੀ ਨੇ ਉੱਥੇ ਹਰਿਆਣੇ ਦੇ, ਮੈਂ 2 ਦਿਨ ਪਹਿਲਾਂ ਫੋਨ ਤੇ ਉਹਨਾਂ ਤੋਂ ਟਾਈਮ ਲਿਆ ਸੀ। ਮੈਂ ਇਹ ਨਹੀਂ ਦੱਸਿਆ ਵੀ ਮੈਂ ਕਿਹਦੀ ਕੰਪਲੇਂਟ ਦੇਣੀ ਹੈ, ਮੈਂ ਕਿਹਾ ਹੋ ਸਕਦਾ ਕਿ ਸ਼ਾਇਦ ਕੰਪਲੇਂਟ ਹੀ ਨਾ ਲਿੱਤੀ ਜਾਵੇ ਮੇਰੇ ਤੋਂ। ਔਰ ਉੱਥੇ ਜਾ ਕੇ ਵੀ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਕੰਪਲੇਂਟ ਮੇਰੇ ਤੋਂ ਨਾ ਲੈਣ, ਬਟ ਨਹੀਂ ਜੀ, ਕੰਪਲੇਂਟ ਤਾਂ ਫਿਰ ਅਸੀਂ ਸੋਚ ਕੇ ਗਏ ਸੀ ਵੀ ਕੰਪਲੇਂਟ ਤਾਂ ਅਸੀਂ ਦੇ ਕੇ ਆਵਾਂਗੇ ਜਾਂ ਫਿਰ ਅਸੀਂ ਵੀ ਉੱਥੇ ਪ੍ਰੋਟੈਸਟ ਤੇ ਬਹਿ ਜਾਾਂਗੇ ਵੀ ਸਾਡੀ ਕੰਪਲੇਂਟ ਲਓ, FIR ਲੌਜ ਕਰੋ, ਨਹੀਂ ਤਾਂ ਅਸੀਂ ਵੀ ਇੱਥੋਂ ਨਹੀਂ ਜਾਂਦੇ। ਵੀ ਜੇ ਸਾਡੇ ਕਿਸਾਨ ਭਰਾ ਬਹਿ ਸਕਦੇ ਤਾਂ ਸਾਨੂੰ ਕੀ ਇਤਰਾਜ਼ ਹੈ। DGP ਸਾਹਿਬ ਨੇ ਦੇਖੋ ਹੈਰਾਨਗੀ ਤਾਂ ਇੱਕ ਵਾਰ ਜ਼ਰੂਰ ਹੁੰਦੀ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਅੱਜ ਤੱਕ ਸ਼ਾਇਦ ਹੀ ਕਿਤੇ ਕੋਈ ਕੰਪਲੇਂਟ ਗਈ ਹੋਵੇ, ਪਰ ਕਾਨੂੰਨ ਸਾਰਿਆਂ ਲਈ ਇੱਕ ਹੈ। ਧਾਰਾ 306 ਔਰ 34 ਦੇ ਅਧੀਨ ਇਹਨਾਂ 4 ਬੰਦਿਆਂ ਤੇ ਮੁਕੱਦਮਾ ਦਰਜ ਹੋਣਾ ਬਣਦਾ। ਪਹਿਲੇ 3 ਬੰਦੇ ਜਿਨ੍ਹਾਂ ਨੇ ਕਾਨੂੰਨ ਬਣਾਏ ਤੇ ਚੌਥੇ ਬੰਦੇ ਨੇ ਇਹਨਾਂ ਦੇ ਕਹਿਣ ਤੇ ਮਨੋਹਰ ਲਾਲ ਖੱਟੜ ਜੀ ਨੇ ਅੰਨਾ ਤਸ਼ੱਦਦ ਢਾਇਆ ਸਾਡੇ ਕਿਸਾਨ ਵੀਰਾਂ ਤੇ। ਉਹਨੇ ਉਹ ਹਰ ਕੰਮ ਕੀਤਾ ਜਿਹਦੇ ਨਾਲ ਸੰਤ ਜੀ ਦੀ ਮੌਤ ਦਾ ਕਾਰਨ ਬਣਿਆ। ਜੇ ਇਹ ਜੋ ਇਹਨਾਂ ਨੇ ਕੀਤਾ ਪਿਛਲੇ 1.5 ਮਹੀਨੇ 'ਚ, ਜੇ ਇਹ ਸਾਰਾ ਕੁਝ ਨਾ ਕਰਦੇ ਤਾਂ ਸੰਤ ਜੀ ਸ਼ਾਇਦ ਸਾਡੇ ਵਿੱਚ ਹੁੰਦੇ। ਸੋ ਇਹ ਜਿਹੜੀ FIR ਹੈ ਐਜ਼ ਪਰ ਲਾਅ ਇਹਨਾਂ ਦੇ ਬਣਦੀ ਹੈ ਔਰ FIR ਸਾਡਾ ਹੱਕ ਹੈ। ਦੇਖੋ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ, ਜਜਮੈਂਟ ਹੈ, ਕੋਈ ਵੀ ਜਿਹੜੀ ਤੁਸੀਂ ਕੌਗਨੀਜੇਬਲ ਆਫੈਂਸ ਦੀ ਇਨਫੋਰਮੇਸ਼ਨ ਪੁਲਿਸ ਨੂੰ ਦਿੰਦੇ ਹੋ ਤੇ ਪੁਲਿਸ ਨੂੰ ਉੱਤੇ FIR ਦਰਜ ਕਰਨੀ ਪੈਂਦੀ ਹੈ। ਗਗਨ ਜੀ, ਕੋਈ ਨੰਬਰ ਜਦੋਂ ਤੁਸੀਂ ਦੇ ਕੇ ਆਏ ਹੋ, ਇੱਕ ਲੈਟਰ ਦੇ ਕੇ ਆਏ ਸੀ, ਕੋਈ ਨੰਬਰ ਲਗਾਇਆ ਗਿਆ ਕਿ ਇਸ ਜਿਹੜੀ ਕੰਪਲੇਂਟ ਤੁਹਾਡੀ ਹੈ ਇਸ ਨੀਚੇ ਅਧਿਕਾਰੀ ਨੂੰ ਟ੍ਰਾਂਸਫਰ ਕਰ ਦਿੱਤੀ ਗਈ ਹੈ, ਤੁਸੀਂ ਉਹਦੇ ਕੋਲ ਜਿਹੜਾ ਇਹਦਾ ਪੂਰਾ ਵੇਰਵਾ ਲੈ ਸਕਦੇ ਹੋ, ਜਾਂ ਸਿਰਫ ਤੁਹਾਨੂੰ ਜਿਹੜੀ ਹਾਰਡ ਕਾਪੀ ਤੁਸੀਂ ਉਹਨਾਂ ਨੂੰ ਦਿੱਤੀ ਹੈ ਕਿ ਹਾਰਡ ਕਾਪੀ ਵੀ ਤੁਹਾਨੂੰ ਵਾਪਸੀ ਕਰ ਦਿੱਤੀ, ਜਾਂ ਕੁਝ ਨੰਬਰ ਲਗਾਇਆ ਗਿਆ ਹੋਵੇ DGP ਨੇ, ਜਾਂ ਕੀ ਕੀਤਾ ਤੁਹਾਨੂੰ, ਕੀ ਪੁਖਤਾ ਸਬੂਤ ਤੁਹਾਡੇ ਕੋਲ ਕੀ ਹੈ ਕਿ ਤੁਸੀਂ DGP ਨੂੰ ਦੇ ਕੇ ਆਏ ਹੋ, ਦਰਖਾਸਤ ਦੇ ਕੇ ਆਏ ਹੋ ਹਰਿਆਣਾ ਦੇ DGP ਨੂੰ? ਦੇਖੋ DGP ਸਾਹਿਬ ਨੇ ਆਪਣੇ ਰਜਿਸਟਰ ਦੇ ਵਿੱਚ ਮੇਰੀ ਕੰਪਲੇਂਟ ਨੋਟ ਕੀਤੀ ਹੈ। ਸੋ ਇਹ ਨਹੀਂ ਹੈ ਕਿ ਉਹਨਾਂ ਨੇ ਕੰਪਲੇਂਟ ਮੇਰੀ ਲਈ ਨਹੀਂ ਜਾਂ ਲੈ ਕੇ ਸਾਈਡ ਤੇ ਰੱਖ ਲਈ ਜਾਂ ਉਹਦਾ ਨੰਬਰ ਨਹੀਂ ਲਗਾਇਆ। ਉਹ ਕਹਿੰਦੇ ਜੀ ਵੀ ਅਸੀਂ ਤੁਹਾਨੂੰ ਫੋਨ ਕਰਕੇ ਇਹਦਾ ਜਿਹੜਾ ਪੂਰੀ ਡਿਟੇਲ ਦੇ ਦਾਂਗੇ
ਉਹ ਕਹਿੰਦੇ ਵੀ ਕੰਪਲੇਂਟ ਬਹੁਤ ਜ਼ਿਆਦਾ ਵੱਡੀ ਹੈ ਸਾਡੇ ਹਿਸਾਬ ਨਾਲ, ਕਿਉਂਕਿ ਐਡੀ ਵੱਡੀ ਮੌਕੇ ਦੇ ਸੀਐਮ ਔਰ ਪੀਐਮ ਦੇ ਖਿਲਾਫ ਤੁਸੀਂ ਕੰਪਲੇਂਟ ਦੇ ਰਹੇ ਹੋ, ਐਡੀ ਵੱਡੀ ਕੰਪਲੇਂਟ ਸਾਡੇ ਕੋਲ ਕਦੇ ਆਈ ਨਹੀਂ। ਔਰ ਇਹ ਹੋ ਸਕਦਾ ਵੀ ਇਹਦੇ ਵਿੱਚ ਜਿਹੜੀ ਇਨਕੁਆਇਰੀ ਆ ਉਹ ਕੋਈ ਡੀਜੀਪੀ ਲੈਵਲ ਜਾਂ ਕੋਈ ਐਸਐਸਪੀ ਲੈਵਲ ਜਾਂ ਕੋਈ ਕਮਿਸ਼ਨਰ ਲੈਵਲ ਦੇ ਕੋਈ ਅੱਛੇ ਅਫਸਰ ਤੋਂ ਕਰਾਈਏ। ਉਹ ਕਹਿੰਦੇ ਹਜੇ ਅਸੀਂ ਇਹਦੇ ਬਾਰੇ ਵਿਚਾਰ ਕਰਾਂਗੇ ਔਰ ਤੁਹਾਨੂੰ ਮੰਡੇ ਦੱਸਾਂਗੇ ਵੀ ਅਸੀਂ ਇਨਕੁਆਇਰੀ ਕਿਹਨੂੰ ਮਾਰਕ ਕੀਤੀ ਆ। ਉੱਥੇ ਅਸੀਂ ਫੋਟੋਗ੍ਰਾਫਸ ਵਗੈਰਾ ਖਿੱਚੀਆਂ, ਸਾਡੇ ਕੋਲ ਪਈਆਂ। ਡੀਜੀਪੀ ਸਾਹਿਬ ਨਾਲ ਰੀਡਰ ਦਾ ਵੀ ਨੰਬਰ ਲਿਆ, ਉਹਨਾਂ ਨੇ ਮੈਨੂੰ ਫੋਨ ਤੇ ਵੀ ਇਹ ਗੱਲ ਦੱਸੀ ਹੈ ਵੀ ਤੁਹਾਡਾ ਨੰਬਰ ਲੱਗ ਗਿਆ, ਬਟ ਤੁਹਾਨੂੰ ਪੂਰੀ ਡਿਟੇਲ ਅਸੀਂ ਮੰਡੇ ਦੇਵਾਂਗੇ। ਵੀ ਇਹ ਨਹੀਂ ਹੈ ਕਿ ਸਾਡੀ ਕੰਪਲੇਂਟ ਮਾਰਕ ਨਹੀਂ ਹੋਈ। ਹਾਂ, ਉਹਨਾਂ ਨੇ ਸਾਨੂੰ ਇੰਸਿਸਟ ਜ਼ਰੂਰ ਇਸ ਗੱਲ ਨੂੰ ਕਿਹਾ ਜ਼ਰੂਰ ਹੈ ਬਈ ਤੁਸੀਂ ਵਿਚਾਰ ਕਰੋ ਬਈ ਇਹਦੇ ਤੇ। ਮੈਂ ਕਿਹਾ ਸਰ ਨਹੀਂ, ਵੀ ਜਿਹੜਾ ਕਾਨੂੰਨ ਹੈ, ਦੇਖੋ ਕਾਨੂੰਨ ਸਾਰਿਆਂ ਲਈ ਇੱਕ ਹੈ, ਕਾਨੂੰਨ ਦੇ ਵਿੱਚ ਕਿਸੇ ਨੂੰ ਕੋਈ ਸਪੈਸ਼ਲ ਪ੍ਰਿਵਿਲੇਜ ਨਹੀਂ ਹੈਗੀ। ਜਿੱਦਾਂ ਡੀਜੀਪੀ ਸਾਹਿਬ ਨੇ ਉਦਾਂ ਹੀ ਮੈਂ ਵਾਂ ਕਾਨੂੰਨ ਦੇ ਹਿਸਾਬ ਨਾਲ। ਉਹ ਠੀਕ ਹੈ ਕਿ ਸਾਡੇ ਦੇਸ਼ ਦੇ ਵਿੱਚ ਅੱਜ ਕੱਲ੍ਹ ਡਿਕਟੇਟਰਸ਼ਿਪ ਬਹੁਤ ਹਾਵੀ ਹੋਈ ਹੈ, ਉਦਾਂ ਹੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਉਦਾਂ ਹੀ ਸੀਐਮ ਹੈ ਮਾਨਯੋਗ। ਮੈਂ ਹਰ ਬੰਦੇ ਨੂੰ ਵੈਸੇ ਮਾਨਯੋਗ ਕਹਿੰਦਾ, ਪਰ ਹੁਣ ਮੇਰਾ ਇਹਨਾਂ ਨੂੰ ਮਾਨਯੋਗ ਕਹਿਣ ਨੂੰ ਜੀ ਨਹੀਂ ਕਰ ਰਿਹਾ, ਸੌਰੀ। ਮੈਂ ਜਿਹੜੀ ਕੰਪਲੇਂਟ ਹੈ ਉਹ ਕੰਪਲੇਂਟ ਦੇ ਹਿਸਾਬ ਨਾਲ ਇਹਨਾਂ ਤੇ ਐਫਆਈਆਰ ਦਰਜ ਹੋਣੀ ਬਣਦੀ ਹੈ। ਔਰ ਮੈਂ ਕਾਨੂੰਨ ਦੇ ਹਿਸਾਬ ਨਾਲ ਕਹਿ ਰਿਹਾ, ਜੇ ਐਫਆਈਆਰ ਦਰਜ ਹੁੰਦੀ ਹੈ ਇਸ ਕੇਸ ਦੇ ਵਿੱਚ ਸਜ਼ਾ ਵੀ ਪੱਕੀ ਹੋਊਗੀ। ਕਿਉਂਕਿ ਸਾਡੇ ਕੋਲ ਇਹ ਸਾਰੇ ਫੈਕਟਸ ਨੇ, ਸਾਡੇ ਕੋਲ ਪੂਰੀਆਂ ਡਿਟੇਲਾਂ ਨੇ, ਸਾਡੇ ਕੋਲ ਫਾਲਸ ਐਫਆਈਆਰ ਸਾਰੀਆਂ ਨੇ ਜਿਹੜੀਆਂ ਸਾਡੇ ਕਿਸਾਨ ਵੀਰਾਂ ਤੇ ਦਰਜ ਕੀਤੀਆਂ ਗਈਆਂ। ਸਾਡੇ ਕੋਲ ਸਾਰੀਆਂ ਪ੍ਰੋਟੈਸਟ ਦੀ ਸਾਰੀ ਡਿਟੇਲ ਪਈ ਹੈ। ਸਾਡੇ ਕੋਲ ਇਹਨਾਂ ਨਾਲ ਕੀਤੀਆਂ ਮੀਟਿੰਗਸ ਪਈਆਂ ਨੇ ਸਾਰੀਆਂ, ਜਿਹੜੀਆਂ ਮੀਟਿੰਗਸ ਦਾ ਇਹ ਅੱਜ ਤੱਕ ਜਵਾਬ ਨਹੀਂ ਦੇ ਸਕੇ। ਸੋ ਇਹ ਕੰਪਲੇਂਟ, ਇੱਕ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਸੀ ਵੀ ਇਹ ਕਿਤੇ ਇਹ ਨਾ ਸੋਚ ਲੈਣ ਵੀ ਪੰਜਾਬੀ ਨੇ ਜਿਹੜੇ ਵੀ ਇਹ ਪੜ੍ਹੇ ਲਿਖੇ ਨਹੀਂ ਹੈਗੇ ਜਾਂ ਇਹਨਾਂ ਨੂੰ ਕਾਨੂੰਨ ਨਹੀਂ ਆਉਂਦਾ। ਸੋ ਸਾਡੇ ਜਿਹੜੇ ਕਿਸਾਨ ਵੀਰ ਨੇ ਉਹ ਜ਼ਰੂਰ ਬਾਰਡਰ ਤੇ, ਉੱਥੇ ਸਿੰਘੂ ਬਾਰਡਰ ਤੇ ਬੈਠੇ ਨੇ, ਪਰ ਕਿਸਾਨ ਵੀਰਾਂ ਦੇ ਉਹਦੇ ਛੋਟੇ ਵੀਰ ਇੱਥੇ ਬੈਠੇ ਨੇ, ਉਹਨਾਂ ਦਾ ਧਿਆਨ ਰੱਖਣ ਨੂੰ, ਉਹਨਾਂ ਦੇ ਨਾਲ ਖੜਨ ਨੂੰ 1 ਦੇ 1 2 11 ਹੁੰਦੇ ਨੇ। ਉਹਨਾਂ ਦੀ ਹਰ ਸੰਭਵ ਮਦਦ ਅਸੀਂ ਕਾਨੂੰਨੀ ਤੌਰ ਤੇ ਜਿੰਨੀ ਵੀ ਕਰ ਸਕਦੇ ਹੋਏ, ਜਿੰਨਾ ਸਾਡਾ ਵਾਹ ਲੱਗਿਆ ਅਸੀਂ ਕਰਾਂਗੇ। ਸਾਨੂੰ ਅੰਜਾਮ ਦੀ ਕੋਈ ਪਰਵਾਹ ਨਹੀਂ। ਨਰਿੰਦਰ ਮੋਦੀ ਦਾ ਪੇਚਾ ਇਸ ਵਾਰੀ ਪੰਜਾਬੀਆਂ ਨਾਲ ਪਿਆ, ਗੁਜਰਾਤੀਆਂ ਨਾਲ ਨਹੀਂ ਪਿਆ। ਬਹੁਤ ਵਾਰ ਉਹਨੇ ਲੜਾਈਆਂ ਝਗੜੇ ਜਿਹੜੇ ਨੇ ਉਹਨੇ ਬਾਹਰਲੇ ਸਟੇਟਾਂ ਨਾਲ ਕਰ ਲਏ, ਇਸ ਵਾਰ ਉਹਦਾ ਜਿਹੜਾ ਪੇਚਾ ਉਹ ਪੰਜਾਬੀਆਂ ਨਾਲ ਪਿਆ। ਔਰ ਇਸ ਵਾਰ ਪੰਜਾਬੀ ਹੋਣ ਦੇ ਨਾਤੇ ਹਰ ਤਰੀਕੇ ਨਾਲ, ਕਾਨੂੰਨੀ ਤਰੀਕੇ ਨਾਲ ਅਸੀਂ, ਬਾਕੀ ਸਾਡੇ ਵੀਰ ਉੱਥੇ ਯੋਧੇ ਬੈਠੇ ਨੇ, ਹਰ ਤਰੀਕੇ ਨਾਲ ਉਹਨੂੰ ਸਾਰੀਆਂ ਕਿਤਾਬਾਂ ਵੀ ਪੜ੍ਹਾਵਾਂਗੇ, ਉਹਨੂੰ ਹਰ ਤਰੀਕਾ ਵੀ ਦੱਸਾਂਗੇ। ਚਾਹੇ ਮੈਨੂੰ ਪਤਾ ਹੈ ਕਿ ਇਸ ਦੇਸ਼ ਦੇ ਵਿੱਚ ਇਨਸਾਫ ਦੀ ਉਮੀਦ ਸਾਨੂੰ ਘੱਟ ਹੈ, ਇਸੇ ਕਰਕੇ ਜਿਹੜੀਆਂ ਬਾਹਰਲੀਆਂ ਆਰਗੇਨਾਈਜੇਸ਼ਨਸ ਨੇ, ਯੂਨਾਈਟਿਡ ਕੌਂਸਲ ਹੈ, ਜਿੰਨੀਆਂ ਵੀ ਕੌਂਸਲਸ ਨੇ, ਜਿੰਨੀਆਂ USA, UK, ਸਵਿਟਜ਼ਰਲੈਂਡ, ਜਿੱਥੇ ਜਿੱਥੇ ਵੀ ਬੈਠੀਆਂ ਨੇ, ਉਹਨਾਂ ਸਾਰੀਆਂ ਨੂੰ ਅਸੀਂ ਵਿੱਚ ਲੈ ਕੇ ਆਵਾਂਗੇ ਔਰ ਦੱਸਾਂਗੇ ਸਾਡਾ ਪ੍ਰਧਾਨ ਮੰਤਰੀ ਇੱਕ ਡਿਕਟੇਟਰ ਹੈ, ਇਹ ਡੈਮੋਕ੍ਰੇਸੀ ਨਹੀਂ ਹੈਗੀ। ਨਹੀਂ, ਗੱਲ ਕੀਤੀ ਜਾਵੇ ਹੁਣ ਤੁਸੀਂ ਜੋ ਡੀਜੀਪੀ ਉੱਥੇ ਦੇ ਮਿਲੇ ਹੋ, ਡੀਜੀਪੀ ਜੀ ਨੂੰ, ਯਾਦਵ ਸਾਹਿਬ ਨੂੰ ਮਿਲੇ ਸੀਗੇ, ਜੇ ਤੁਸੀਂ ਉੱਥੇ ਕੋਈ ਕੰਪਲੇਂਟ ਦੀ ਜਾਂ ਤੁਸੀਂ ਕਾਪੀ ਦੇ ਰਹੇ ਹੋਵੋਗੇ, ਉਹ ਫੋਟੋਆਂ ਤੁਸੀਂ ਖਿੱਚੀਆਂ ਸੀਗੀਆਂ ਕਿ ਮੈਂ ਕਾਪੀ ਦੇਤੀ ਹੈ, ਡੀਜੀਪੀ ਸਾਹਿਬ ਵਿੱਚ ਖੜੇ ਹੋਏ ਨੇ, ਮੈਂ ਉਹਨਾਂ ਨੂੰ ਆ ਜਿਹੜੀ ਲੈਟਰ ਦੇ ਰਿਹਾ। ਕੁਛ ਇੱਦਾਂ ਕੱਲ੍ਹ ਨੂੰ ਕੋਈ ਤੁਹਾਨੂੰ ਆ ਨਾ ਹੋਵੇ ਕਿ ਤੁਹਾਨੂੰ ਟਾਰਗੇਟ ਕੀਤਾ ਜਾਵੇ ਕਿ ਮੈਨੂੰ ਤਾਂ ਡੀਜੀਪੀ ਕਹਿ ਦੇਵੇ ਕਿ ਮੈਨੂੰ ਕੋਈ ਕੰਪਲੇਂਟ ਦੀ ਕਾਪੀ ਦੇ ਕੇ ਨਹੀਂ ਗਿਆ। ਉਸ ਕੋਈ ਫੋਟੋਗ੍ਰਾਫਸ ਹੈਗੀਆਂ ਤੁਹਾਡੇ ਕੋਲ? ਗੱਲ ਕੀਤੀ ਜਾਵੇ ਡੀਜੀਪੀ ਕੋਲ ਵਿੱਚ ਖੜੇ ਹੋਏ ਨੇ ਤੇ ਤੁਸੀਂ ਉਹ ਲੈਟਰ ਜਿਹੜੀ ਹੈਗੀ ਹੈ ਡੀਜੀਪੀ ਨੂੰ ਦੇ ਰਹੇ ਹੋ। ਮੇਰੇ ਕੋਲ ਫੋਟੋਗ੍ਰਾਫ ਹੈਗੀ ਹੈ ਜੀ ਡੀਜੀਪੀ ਸਾਹਿਬ ਦੇ। ਉਹਨਾਂ ਨੇ ਅੰਦਰ ਸਾਡੇ ਨਾ ਮੋਬਾਈਲ, ਉੱਥੇ ਰੂਲ ਹੈ ਕਿ ਆਪਾਂ ਦੇਖਦੇ ਹਾਂ ਆਮ ਇੱਥੇ ਤਾਂ ਨੇੜੇ ਤੇੜੇ ਕਿਸੇ ਪੁਲਿਸ ਥਾਣੇ ਚੱਲ ਜਾ ਹੋਵੇ, ACP ਸਾਹਿਬ ਵੀ, DSP ਸਾਹਿਬ ਵੀ ਫੋਨ ਬਾਹਰ ਰਖਾ ਲੈਂਦੇ ਨੇ। ਉੱਥੇ ਤਾਂ ਫਿਰ ਅਸੀਂ DGP ਸਾਹਿਬ ਕੋਲ ਗਏ ਸੀ, ਫੋਨ ਉਹਨਾਂ ਨੇ ਸਾਡੇ ਬਾਹਰ ਰਖਾ ਲਏ ਸੀ, ਪਰ ਉਹਨਾਂ ਦੇ ਆਫਿਸ ਦੇ ਬਾਹਰ ਖੜ ਕੇ ਜੋ ਅਸੀਂ ਤਸਵੀਰਾਂ ਖਿੱਚੀਆਂ ਨੇ ਉਹ ਮੇਰੇ ਕੋਲ ਪਈਆਂ ਨੇ। ਉਹ ਕੱਲ ਅੱਜ ਕੁਛ ਪ੍ਰੈਸ 'ਚ ਵੀ ਆਈਆਂ ਨੇ, ਉਹ ਤਸਵੀਰਾਂ ਮੈਂ ਆਪ ਜੀ ਨੂੰ ਦਿਖਾ ਦਿੰਦਾ। ਇਹ ਪੁਲਿਸ ਹੈੱਡਕੁਆਟਰ ਹੈ ਜੀ ਉੱਥੇ ਦਾ, ਹਰਿਆਣੇ ਪੁਲਿਸ ਪੰਚਕੂਲਾ ਸੈਕਟਰ 6 ਦੇ ਵਿੱਚ। ਕੱਲ ਅਸੀਂ ਉੱਥੇ ਗਏ ਸੀ। DGP ਸ਼੍ਰੀ ਮੋਹਨ ਯਾਦਵ ਜੀ ਨੂੰ ਮੈਂ ਮਿਲਿਆ, ਪਰਸਨਲੀ ਮਿਲਿਆ, ਔਰ ਪਰਸਨਲੀ ਸਾਰੀਆਂ ਗੱਲਾਂ ਡਿਟੇਲ ਦੇ ਵਿੱਚ ਡਿਸਕਸ ਹੋਈਆਂ ਨੇ। ਔਰ ਉਹਨਾਂ ਨੇ ਕਿਹਾ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਦੇਖੋ ਕਾਨੂੰਨ ਦੇ ਹਿਸਾਬ ਨਾਲ FIR ਬਣਦੀ ਹੈ ਜੇ ਕੋਈ ਸੁਸਾਈਡ ਨੋਟ ਦੇ ਜਾਵੇ? ਕਹਿੰਦੇ ਬਣਦੀ ਹੈ। ਮੈਂ ਕਿਹਾ ਫਿਰ ਕੀਤੀ ਕਿਉਂ ਨਹੀਂ ਜੀ ਹਜੇ ਤੱਕ? ਕਹਿੰਦੇ ਜੀ ਕਰਾਂਗੇ। ਮੈਂ ਕਿਹਾ ਜੀ ਕਰੋ, ਮੈਂ ਇਸੇ ਦੀ ਪਿੱਛੇ ਹਟਣਾ। ਜੀ 174 ਦੀ ਕਾਰਵਾਈ ਕਿਉਂ ਕਰ ਦਿੱਤੀ ਗਈ? ਕੁੰਡਲੀ ਬਾਰਡਰ ਦੇ ਅਧਿਕਾਰੀਆਂ ਵੱਲੋਂ, ਜਿਹੜੇ ਪੁਲਿਸ ਅਧਿਕਾਰੀ ਉੱਥੇ ਦੇ ਥਾਣਾ ਪ੍ਰਭਾਰੀ ਹੋਊਗਾ ਉਹਦੇ ਵੱਲੋਂ ਥਾਣਾ 174 ਦੀ ਕਾਰਵਾਈ ਕਰਕੇ ਕੇਸ ਨੂੰ ਕਿਉਂ ਫਿਰ ਰਫਾ ਦਫਾ ਕਰ ਦਿੱਤਾ ਗਿਆ? ਕਿਉਂ ਫਿਰ ਜਦੋਂ ਜਿੱਦਾਂ ਸੰਤਾਂ ਨੇ ਆਹ ਲਿਖਿਆ ਹੋਇਆ ਸੀਗਾ, ਕਿਉਂ ਨਹੀਂ ਫਿਰ ਮਤਲਬ ਕਿ ਕਾਰਵਾਈ ਕੀਤੀ ਗਈ? ਅਟੈਂਪਟ ਆਫ ਮਰਡਰ ਦੀ ਗੱਲ ਕੀਤੀ, 306 ਮਤਲਬ ਕਿਸੇ ਤੋਂ ਪ੍ਰੈਸ਼ਰਾਈਜ਼ ਹੋ ਕੇ ਮਰਡਰ ਕਰਨਾ ਹੁੰਦਾ ਵਾ, ਤੇ ਉਸ ਹਿਸਾਬ ਨਾਲ ਕਿਉਂ ਨਹੀਂ ਧਾਰਾ ਕੀਤੀ ਗਈ? 174 ਦੀ ਕਾਰਵਾਈ ਕਿਉਂ ਕਿੰਨੀ ਸਿਰਫ ਲਾਜ਼ਮੀ ਸਮਝੀ ਗਈ? ਤੁਹਾਨੂੰ ਲੱਗਦਾ ਜੀ ਕਿ ਪ੍ਰਧਾਨ ਮੰਤਰੀ ਦੇ ਕੋਈ SHO ਪਰਚਾ ਦਰਜ ਆਰਾਮ ਨਾਲ ਕਰ ਸਕਦਾ? ਆਪਾਂ ਕਿਹੜੇ ਮੁਲਕ 'ਚ ਬੈਠੇ ਹਾਂ? ਆਪਾਂ ਦੇਖ ਰਹੇ ਹਾਂ ਪਿਛਲੇ 4 ਮਹੀਨਿਆਂ ਤੋਂ ਜਿਹੜੇ ਸੜਕਾਂ ਤੇ ਬੈਠੇ ਨੇ, ਰੋਲ ਰਹੇ ਨੇ, ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ, ਤੇ ਅਸੀਂ ਇਨਸਾਫ ਦੀ ਉਮੀਦ ਕਿੱਦਾਂ ਰੱਖ ਸਕਦੇ ਹਾਂ ਇੰਨੀ ਜਲਦੀ? ਜੇ DGP ਸਾਹਿਬ ਨੂੰ ਸਮਝਾਉਣ ਨੂੰ ਮੈਨੂੰ 15 ਮਿੰਟ ਲੱਗ ਗਏ ਤਾਂ ਇੱਕ SHO ਸਾਹਿਬ ਨੂੰ ਤਾਂ ਕਿੰਨਾ ਕੁ ਟਾਈਮ ਲੱਗੂਗਾ ਕਿ ਉਹਨਾਂ ਦੇ ਹੱਥ ਕੰਬਣਗੇ ਸ਼ਾਇਦ ਵੀ ਮੈਂ ਨਰਿੰਦਰ ਮੋਦੀ ਤੇ ਪਰਚਾ ਦਰਜ ਕਰ ਦੇਵਾਂ। ਤੁਸੀਂ ਗੱਲ ਕੀਤੀ ਸੀ ਉੱਥੇ ਦੇ ਮੌਜੂਦਾ SHO ਨਾਲ, ਟਿਕਰੀ ਬਾਰਡਰ ਦੇ SHO ਨਾਲ, ਤਾਂ ਉਹਨੇ ਤੁਹਾਨੂੰ ਕੀ ਕਿਹਾ? ਕੁੰਡਲੀ ਬਾਰਡਰ ਦੇ SHO ਨਾਲ ਗੱਲ ਕੀਤੀ ਹੋਣੀ ਤੁਸੀਂ? ਜੀ
ਕੁੰਡਲੀ ਪੁਲਿਸ ਸਟੇਸ਼ਨ ਦੇ ਐਸਐਚਓ ਸਾਹਿਬ ਨਾਲ ਮੇਰੀ ਕੱਲ ਸਵੇਰੇ ਗੱਲ ਹੋਈ ਸੀ। ਉਹਨਾਂ ਨੂੰ ਪੁੱਛੀ ਮੈਂ ਸਾਰੀ ਗੱਲ ਡਿਟੇਲ ਵਿੱਚ। ਰਵੀ ਕੁਮਾਰ ਆ ਉਹਨਾਂ ਦਾ ਨਾਮ, ਮੇਰੇ ਕੋਲ ਉਹਨਾਂ ਦਾ ਫ਼ੋਨ ਨੰਬਰ ਵੀ ਹੈਗਾ ਔਰ ਮੈਂ ਰਿਕਾਰਡਿੰਗ ਵੀ ਕੀਤੀ ਉਹਨਾਂ ਦੀ। ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਕੀ ਕੀਤਾ। ਉਹਨਾਂ ਨੇ ਐਡਮਿਟ ਕੀਤੀ ਹੈ ਇਹ ਗੱਲ ਵੀ ਸੁਸਾਈਡ ਹੋਈ ਸੀ। ਇਹ ਗੱਲ ਨੂੰ ਉਹ ਮੰਨਦੇ ਨੇ, ਇਹ ਵੀ ਗੱਲ ਮੰਨਦੇ ਨੇ ਵੀ ਅਸੀਂ ਕੋਈ ਕਾਰਵਾਈ ਨਹੀਂ ਕੀਤੀ। 174 ਦੀ ਕਾਰਵਾਈ ਕਰਕੇ ਅਸੀਂ ਬੰਦ ਕਰਤਾ ਤੇ ਸੁਸਾਈਡ ਨੋਟ ਕਹਿੰਦੇ ਅਸੀਂ FSL ਭੇਜਤਾ। ਮੈਂ ਕਿਹਾ ਵੀ ਤੁਸੀਂ ਕੋਈ FIR, ਕਹਿੰਦੇ ਜੀ FIR ਦਰਜ ਨਹੀਂ ਕੀਤੀ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਫਿਰ FIR ਦਰਜ ਸਾਨੂੰ ਕਰਾਉਣੀ ਆਉਂਦੀ ਹੈ, ਅਸੀਂ ਕਰਾਵਾਂਗੇ। ਉਹਨਾਂ ਨਾਲ ਮੈਂ ਜ਼ਿਆਦਾ ਫਿਰ ਗੱਲ ਨਹੀਂ ਕੀਤੀ, ਉਹਨਾਂ ਤੋਂ ਡਿਟੇਲ ਵਗੈਰਾ ਜ਼ਰੂਰ ਸ਼ੇਅਰ ਕੀਤੀ ਹੈ। ਉਹ ਮੈਂ ਸਾਰੀ ਗੱਲ ਫਿਰ DGP ਸਾਹਿਬ ਦੀ ਨੌਲੇਜ 'ਚ ਲਿਆਂਦੀ ਹੈ ਔਰ DGP ਸਾਹਿਬ ਨੂੰ ਵੀ ਇਸ ਗੱਲ ਦਾ ਸਾਰਾ ਪਤਾ ਸੀਗਾ। ਮੈਂ ਉਹਨਾਂ ਨੂੰ ਦੱਸਿਆ ਵੀ ਸੰਤ ਰਾਮ ਸਿੰਘ ਜੀ, ਉਹਨਾਂ ਨੇ ਮੈਨੂੰ ਆਪ ਕਿਹਾ, ਕਹਿੰਦੇ ਜੀ ਨਾਨਕਸਰ ਵਾਲੇ, ਇਟ ਮੀਨਸ ਉਹ ਕੇਸ ਉਹਨਾਂ ਦੀ ਪੂਰੀ ਨੌਲੇਜ 'ਚ ਸੀਗਾ। ਪਰ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ, ਮੈਂ ਕਿਹਾ ਜੀ ਤੁਸੀਂ FIR ਕਿਉਂ ਨਹੀਂ ਦਰਜ ਕੀਤੀ। ਕਹਿੰਦੇ ਜੀ FIR ਤਾਂ ਸਰਕਾਰ ਤੇ ਬਣਦੀ ਹੈ, ਕਿਉਂਕਿ ਉਹਨਾਂ ਨੇ ਤਾਂ ਇਹ ਲਿਖਿਆ ਮੈਂ ਸਰਕਾਰਾਂ ਦੇ ਜ਼ੁਲਮ ਤੋਂ ਤੰਗ ਆ ਕੇ ਸੁਸਾਈਡ ਕਮਿਟ ਕਰ ਰਿਹਾ। ਤੇ ਮੈਂ ਕਹਿੰਦੇ ਸਰਕਾਰ ਤੇ ਕਿੱਦਾਂ ਪਰਚਾ ਦੇ ਸਕਦੇ ਹਾਂ ਵੀ ਸਰਕਾਰ ਕੌਣ ਹੈ। ਮੈਂ ਕਿਹਾ ਸਰਕਾਰ ਨੂੰ ਹੈੱਡ ਕੌਣ ਕਰ ਰਿਹਾ, ਨਰਿੰਦਰ ਮੋਦੀ ਕਰ ਰਿਹਾ, ਹੋਰ ਕੌਣ ਕਰ ਰਿਹਾ। ਉਸ ਤੋਂ ਇਲਾਵਾ ਜਿਹੜਾ ਵੀ ਬੰਦਾ ਹੈੱਡ ਕਰ ਰਿਹਾ, ਜਿਹੜਾ ਵੀ ਬੰਦਾ ਇਸ ਕੇਸ ਦੇ ਵਿੱਚ, ਤੁਸੀਂ ਦੇਖੋ ਐਕਟਿਵਲੀ ਕਿਹੜਾ ਬੰਦਾ ਪਾਰਟਿਸਿਪੇਟ ਕਰ ਰਿਹਾ, ਜਿਹੜਾ ਕਿਸਾਨੀ ਦੇ ਐਜੀਟੇਸ਼ਨ ਨੂੰ ਦਬਾ ਰਿਹਾ, ਡੀਮੋਟੀਵੇਟ ਕਰ ਰਿਹਾ, ਹਰ ਸੰਭਵ ਕੋਸ਼ਿਸ਼ ਕਰ ਰਿਹਾ ਕਿ ਇਹਨਾਂ 'ਚ ਪਾੜ ਪੈ ਜੇ। ਮਤਲਬ ਮਾੜੀਆਂ ਹਰਕਤਾਂ ਤੇ ਉਤਰ ਆਏ ਯਾਰ, ਸਾਡੀਆਂ ਸਰਕਾਰਾਂ ਮਾੜੀਆਂ ਹਰਕਤਾਂ ਤੇ ਉਤਰ ਆਈਆਂ। ਮਤਲਬ ਮੈਂ ਕਿਹਾ ਤੁਸੀਂ ਉਹ ਸਾਰਾ ਕੁਝ ਦੇਖੋ, ਜਿਹੜਾ ਵੀ ਬੰਦਾ ਹੈਗਾ ਵਿੱਚ, ਜਾਂ ਮੇਰੀ ਕੰਪਲੇਂਟ ਦੇ ਹਿਸਾਬ ਨਾਲ ਤੁਸੀਂ ਇੱਕ ਵਾਰੀ FIR ਦਰਜ ਕਰੋ। FCL ਦੀ ਰਿਪੋਰਟ ਤਾਂ ਆ ਜਾਂਦੀ ਹੈ ਮੇਰੇ ਖਿਆਲ ਮਹੀਨੇ ਡੇਢ ਮਹੀਨੇ ਤੱਕ ਆ ਜਾਂਦੀ, ਲੇਕਿਨ ਰਿਪੋਰਟ ਆਉਣ ਤੋਂ ਬਾਅਦ ਵੀ ਜਦੋਂ ਹੁਣ ਸਮਾਂ ਵੀ ਬੀਤਦਾ ਪਿਆ, ਰਿਪੋਰਟ ਆਈ ਕਿ ਨਹੀਂ ਆਈ ਹਜੇ FCL ਦੀ ਰਿਪੋਰਟ, ਉਸ ਤੋਂ ਬਾਅਦ ਕੀ ਅੱਗੇ ਸਟੈਪ ਕੀ ਹੈਗਾ ਇਹਨਾਂ ਦਾ ਹਰਿਆਣਾ ਪੁਲਿਸ ਦਾ, ਗੱਲ ਕੀਤੀ ਜਾਵੇ FCL ਦੀ ਰਿਪੋਰਟ ਆਉਂਦੀ ਤਾਂ? ਦੇਖੋ ਉਹਨਾਂ ਦਾ ਸਟੈਪ ਤਾਂ ਆਪਾਂ ਸਮਝ ਸਕਦੇ ਹਾਂ ਕਿ ਇੰਨਾ ਸੌਖਾ ਨਹੀਂ ਹੁੰਦਾ ਇੱਕ SHO ਵਾਸਤੇ, ਇੱਕ ਪ੍ਰਧਾਨ ਮੰਤਰੀ ਤੇ FIR ਦਰਜ ਕਰਨਾ। ਪਰ ਸਾਡੇ ਸਟੈਪਸ ਅੱਗੇ ਬਹੁਤ ਜ਼ਰੂਰ, ਮਤਲਬ ਤੁਹਾਨੂੰ ਮੈਂ ਦੱਸਦਾ ਵੀ ਜੇ ਸਾਡੀ FIR ਦਰਜ ਨਹੀਂ ਹੁੰਦੀ, ਫਿਲਹਾਲ ਤਾਂ ਅਸੀਂ ਯੂਨਾਈਟਿਡ ਨੇਸ਼ਨਸ ਨੂੰ, ਜਿਹੜੀਆਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ, ਇੱਥੇ ਤਾਂ ਅਸੀਂ ਜਾਵਾਂਗੇ। ਇਸ ਤੋਂ ਇਲਾਵਾ ਅਸੀਂ ਸਾਰੇ ਜਿਹੜੇ ਵਕੀਲ ਭਰਾਵਾਂ, ਜਿਹੜੇ ਸਾਰੇ ਅਸੀਂ ਰਾਏ ਕਰ ਰਹੇ ਹਾਂ, ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਵੀ ਫਾਈਲ ਕਰਾਂਗੇ ਪ੍ਰਧਾਨ ਮੰਤਰੀ ਦੇ ਖਿਲਾਫ ਔਰ ਹਰਿਆਣਾ ਪੁਲਿਸ ਦੇ ਖਿਲਾਫ, ਜੇ FIR ਦਰਜ ਨਹੀਂ ਕਰਦੇ ਤਾਂ ਜੀ। ਨਹੀਂ, ਜਦੋਂ ਆ ਤਾਂ ਨਹੀਂ ਕਹਾ ਕਿ ਤੁਸੀਂ ਤੁਹਾਡੇ ਜਿਹੜੇ ਸਾਥੀ 5-6 ਸਾਥੀ ਜਿਹੜੇ ਹੈਗੇ ਤੁਹਾਡੇ ਨਾਲ ਇਸ ਸਮੇਂ ਸਹਿਯੋਗ ਦੇ ਰਹੇ ਨੇ, ਕੱਲ੍ਹ ਨੂੰ ਪ੍ਰੈਸ਼ਰਾਈਜ਼ ਹੋ ਗਏ ਕਿ ਸਰਕਾਰਾਂ ਦੇ ਖਿਲਾਫ ਤੁਸੀਂ ਇਹ ਦਰਖਾਸਤ ਦਿੱਤੀ ਹੈ, ਸਰਕਾਰ ਦੇ ਖਿਲਾਫ ਤੁਸੀਂ ਕਾਰਵਾਈ ਕਰਨ ਦੀ ਮੰਗ ਕਰ ਰਹੇ ਹੋ, ਕਿ ਤੁਹਾਡੇ ਕੁਝ ਸਾਥੀ ਤੁਹਾਡੇ ਤੋਂ ਦਰਕਿਨਾਰ ਕਰ ਦੇਣ ਜਾਂ ਉਹਨਾਂ ਦੇ ਪਰਿਵਾਰ ਦੇ ਕਹਿ ਦੇਣ ਕਿ ਹਾਂ ਵੀ ਤੁਸੀਂ ਸਾਈਡ 'ਤੇ ਹੋ ਜਾਓ। ਅਗਰ ਤੁਸੀਂ ਵਿਚਕਾਰ ਇਕੱਲੇ ਰਹਿ ਗਏ, ਇਕੱਲੇ ਤਾਂ ਨਹੀਂ ਸਮਝਦੇ ਆਪਣੇ ਆਪ ਨੂੰ ਤੁਸੀਂ ਫਿਰ? ਨਹੀਂ ਸਰ, ਜਿਹੜੇ ਮੇਰੇ ਸਾਥੀ ਨੇ ਡਟ ਕੇ ਖੜੇ ਨੇ। ਅਸੀਂ ਪਿਛਲੇ 1 ਹਫ਼ਤੇ 10 ਦਿਨ ਤੋਂ ਇਹ ਚੀਜ਼ ਬਾਰੇ ਡਿਸਕਸ ਕਰ ਰਹੇ ਸੀ ਔਰ ਲਗਾਤਾਰ ਗੱਲ ਚੱਲ ਰਹੀ ਸੀ ਵੀ ਇਹ ਕੰਮ ਆਪਾਂ ਕਰਨਾ ਹੈ ਔਰ ਦ੍ਰਿੜ ਨਿਸ਼ਚਾ ਕਰਕੇ ਕਰਨਾ ਹੈ ਵੀ ਇਹ ਅਸੀਂ ਵਾਪਸ ਨਹੀਂ ਆਉਣਾ। ਇਹ ਅਸੀਂ ਕਿਸਾਨ ਭਰਾਵਾਂ ਵਾਂਗੂ ਹੀ ਡਟਣਾ ਹੈ ਵੀ ਜੇ ਸਾਨੂੰ ਇੱਥੇ ਨਾ ਇਨਸਾਫ ਮਿਲਿਆ ਅਸੀਂ ਉੱਥੇ ਜਾਵਾਂਗੇ, ਉੱਥੇ ਨਾ ਮਿਲਿਆ ਉਸ ਤੋਂ ਅੱਗੇ ਜਾਵਾਂਗੇ, ਚਾਹੇ ਉਹਨਾਂ ਵਾਂਗੂ ਸਾਨੂੰ ਵੀ ਪਾਣੀ ਦੀਆਂ ਬੁਛਾਰਾਂ ਦਾ ਸਾਹਮਣਾ ਕਰਨਾ ਪਵੇ ਜਾਂ ਜੋ ਮਰਜ਼ੀ ਦਿੱਕਤਾਂ ਪਰੇਸ਼ਾਨੀਆਂ ਸਹਿਣੀਆਂ ਪੈਣ। ਉਹ ਜਿਹੜਾ ਜਜ਼ਬਾ ਖੂਨ 'ਚ ਹੈ, ਉਹ ਖੂਨ 'ਚ ਹੀ ਹੈ, ਉਹ ਕਿਸੇ ਦੇ ਮਿਟਾਇਆ ਮਿਟ ਨਹੀਂ ਸਕਦਾ। ਤੇ ਉਹ ਅਸੀਂ ਉਹ ਖਿਆਈਆਂ ਲਈ ਤਿਆਰ ਹਾਂ। ਪੰਜਾਬੀਆਂ ਨੇ, ਸਾਡੀ ਜਿਹੜੀ ਕੌਮ ਹੈ ਸ਼ਹੀਦਾਂ ਦੀ ਕੌਮ ਹੈ, ਮੈਂ ਸਜਦਾ ਕਰਦਾ ਸ਼ਹੀਦਾਂ ਨੂੰ, ਸਾਡਿਆਂ ਨੂੰ। ਚਲੋ ਅਸੀਂ ਉਹਨਾਂ ਵਾਂਗੂ ਇੰਨੀਆਂ ਵੱਡੀਆਂ ਕੁਰਬਾਨੀਆਂ ਤਾਂ ਨਹੀਂ ਦੇ ਸਕਦੇ, ਪਰ ਹਾਂ ਮਤਲਬ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਉਹ ਹਰ ਹੀਲਾ ਅਪਣਾਵਾਂਗੇ। ਮਤਲਬ ਕੋਈ ਜਾਨ ਦੀ ਪਰਵਾਹ ਨਹੀਂ ਹੈਗੀ, ਜਾਨ ਤਾਂ ਦੇਖੋ ਪ੍ਰਮਾਤਮਾ ਦੇ ਹੱਥ 'ਚ ਹੈ, ਪਰ ਜਿਹੜਾ ਇਨਸਾਫ ਹੈ ਅਸੀਂ ਲੈ ਕੇ ਹਟਾਂਗੇ। ਇਨਸਾਫ ਸਾਨੂੰ, ਜੇ ਇਹਨਾਂ ਨੂੰ ਲੱਗੇ ਵੀ ਇਨਸਾਫ ਦੇਣਾ ਨਹੀਂ ਆਉਂਦਾ, ਪਰ ਸਾਨੂੰ ਲੈਣਾ ਆਉਂਦਾ, ਕੋਈ ਗੱਲ ਨਹੀਂ। ਜਦੋਂ ਆਹ ਹੋ ਜਾਵੇ ਕਿ ਮਤਲਬ ਸੋਚਦੇ ਹੋਣ ਕਿ ਤੁਹਾਨੂੰ ਪਤਾ ਜਦੋਂ ਕਿ ਵੱਡੇ ਸਰਕਾਰਾਂ ਦੇ ਨਾਲ ਜਦੋਂ ਵਾਹ ਪੈਂਦਾ ਵਾ ਤੇ ਸਰਕਾਰ ਆ ਸੋਚਦੀ ਹੋ ਕਿ ਹੁਣ ਕੁਛ ਇੱਕ ਅੱਜ ਨੂੰ ਇੱਕ ਬੰਦਾ ਸਾਡੇ ਕੋਲ ਆਇਆ, ਇੱਕ ਵਕੀਲ ਜਿਹੜਾ ਪੰਜਾਬ ਤੋਂ ਚੱਲ ਕੇ ਆਇਆ, ਉਹ ਦਰਖਾਸਤ ਦੇਣ ਆਇਆ ਸਿੱਧੀ ਸਰਕਾਰਾਂ ਦੇ ਖਿਲਾਫ। ਅਗਰ ਇਹਨੂੰ ਅਸੀਂ ਦਬਾ ਦਾਂਗੇ ਤਾਂ ਹੋਰ ਨਹੀਂ ਉੱਠਣਗੇ। ਜੇ ਝੂਠਾ ਮੁਕੱਦਮਾ ਤੁਹਾਡੇ ਕੋਈ ਦਰਜ ਕਰ ਦਿੱਤਾ ਗਿਆ, ਤੁਹਾਡੇ ਸਾਥੀ ਨੇ ਕੋਈ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਕਿ ਤੁਸੀਂ ਦੰਗੇ ਫੈਲਾਉਣ ਦੀ ਕੋਸ਼ਿਸ਼ ਕੀਤੀ ਆ, ਤੁਸੀਂ ਮਾਹੌਲ ਖਰਾਬ ਕਰਨ ਵਾਸਤੇ ਇਹ ਜਿਹੜੀ ਹੈਗੀਆਂ ਐਪਲੀਕੇਸ਼ਨਾਂ ਦਿੱਤੀਆਂ ਨੇ, ਫਿਰ ਉਸ ਸਮੇਂ ਫਿਰ ਕੀ ਕਰੋਗੇ ਸਰ? ਕੀ ਹੋਰ ਸਰ, ਝੂਠੀਆਂ FIR ਇਹੋ ਜਿਹੀਆਂ ਗੱਲਾਂ, ਇਹਨਾਂ ਲਈ ਸਭ ਲਈ ਅਸੀਂ ਤਿਆਰ ਹਾਂ। ਇਹ ਜੋ ਮਰਜ਼ੀ ਕਰ ਲੈਣ, ਸਾਨੂੰ ਅਦਾਲਤਾਂ 'ਤੇ ਵਿਸ਼ਵਾਸ ਹੈ। ਦੇਖੋ ਅਸੀਂ ਵਕੀਲ ਹਾਂ, ਕਾਨੂੰਨ ਦੇ ਵਿੱਚ ਸਾਰਾ ਦਿਨ ਰਹਿੰਦੇ ਹਾਂ, ਕਾਨੂੰਨਾਂ ਦੀਆਂ ਕਿਤਾਬਾਂ ਪੜ੍ਹਦੇ ਹਾਂ। ਨਿਆਂ ਪ੍ਰਣਾਲੀ 'ਤੇ ਸਾਨੂੰ ਪੂਰਨ ਵਿਸ਼ਵਾਸ ਹੈ। ਨਿਆਂ ਕੋਰਟਾਂ ਸਾਡੇ ਨਾਲ ਜ਼ਰੂਰ ਕਰਨਗੀਆਂ, ਜੇ ਪਰਚੇ ਕੋਈ ਦਰਜ ਕਰਦੇ ਵੀ ਆ ਤਾਂ ਕੋਈ ਪਰਵਾਹ ਨਹੀਂ, ਅਸੀਂ ਤਿਆਰੀ 'ਚ ਬੈਠੇ ਹਾਂ। ਪਰ ਜਿਹੜਾ ਕਿਸਾਨ ਵੀਰਾਂ ਦਾ ਹੱਕ ਹੈ ਉਹ ਹੁਣ ਅਸੀਂ ਲੈ ਕੇ ਹਟਾਂਗੇ ਜੀ। ਨਹੀਂ, ਹੁਣ
ਮੈਂ ਇੱਕ ਛੋਟੀ ਜਿਹੀ ਗੱਲ ਕਰਨ ਲੱਗਾ, ਜਿਹੜੇ ਸਾਡੇ ਮਾਂ ਉੱਥੇ ਸਾਡੇ ਬਾਪੂ ਜਿਹੜੇ ਸ਼ਹੀਦ ਹੋ ਗਏ, ਸਾਡੇ ਭਰਾ ਜਿਹੜੇ ਸ਼ਹੀਦ ਹੋ ਗਏ ਨੇ, ਉਹਨਾਂ ਵਾਸਤੇ ਕੋਈ ਐਸਾ ਕੀਤਾ ਨਹੀਂ ਜਾ ਸਕਦਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਹੈਗਾ ਵਾ ਕੋਈ, ਜਿੱਦਾਂ ਸਾਡੇ ਬਾਹਰਲੇ ਮੁਲਕਾਂ ਦੇ ਸਾਡੇ ਜਿਹੜੇ ਬੈਠੇ ਹੋਏ ਨੇ ਵੱਡੇ, ਉਹ ਤਾਂ ਸਾਨੂੰ ਚਲੋ ਪੰਜਾਬ ਨੂੰ ਜਿਹੜੇ ਹੈਗੇ ਨੇ ਭੇਜ ਰਹੇ ਨੇ, ਫੰਡ ਭੇਜ ਰਹੇ ਨੇ, ਪੰਜਾਬ ਜਿਹੜਾ ਹੈਗਾ ਵਾ ਉਹਨਾਂ ਦੇ ਪਰਿਵਾਰਾਂ ਤੱਕ ਜਿਹੜਾ ਹੈਗਾ ਸਿੱਖ ਆਫ ਜਸਟਿਸ ਜਿਹੜੀ ਹੈਗੀ ਉਹ ਵੀ ਹਰ ਦਿਨ ਰਾਤ ਕੰਮ ਕਰ ਰਹੀ ਹੈ, ਉਸ ਪਰਿਵਾਰਾਂ ਤੱਕ ਵੀ ਜਿਹੜੀ ਹੈ ਮਾਲੀ ਸਹਾਇਤਾ ਦੇ ਰਹੀ ਹੈ। ਕੁਛ ਐਸਾ ਨਹੀਂ ਕੀਤਾ ਜਾ ਸਕਦਾ ਗਗਨਪ੍ਰੀਤ ਜੀ ਕਿ ਮਤਲਬ ਉਹ ਪਰਿਵਾਰਾਂ ਨੂੰ ਵੀ ਕਿਤੇ ਨਾ ਕਿਤੇ ਸਹਿਯੋਗ ਮਿਲ ਸਕੇ, ਉਹ ਪਰਿਵਾਰ ਵੀ ਜਿਹੜੇ ਆਪਣਾ ਕਹਿ ਲਓ ਆਪਣੇ ਪਿਤਾ ਜੀ ਦਾ ਜਾਂ ਆਪਣੇ ਭਰਾ ਦਾ ਜਿਹੜਾ ਵਿਛੋੜਾ ਸਹਿ ਰਹੇ ਨੇ, ਉਹਨਾਂ ਨੂੰ ਵੀ ਕੋਈ ਨਾ ਕੋਈ ਇੱਦਾਂ ਦੀ ਹੈਲਪ ਕੀਤੀ ਜਾਵੇਗੀ। ਉਹ ਸਰਕਾਰਾਂ ਦੇ ਖਿਲਾਫ ਜਿਹੜੇ ਸਰਕਾਰਾਂ ਨੇ ਇਹ ਜ਼ੁਲਮ ਢਾਏ ਨੇ, ਉਹਨਾਂ ਦੇ ਉੱਤੇ ਕੋਈ ਕਾਰਵਾਈ ਐਸੀ ਕਰਾਈ ਜਾਵੇ ਕਿ ਉਸ ਪਰਿਵਾਰਾਂ ਨੂੰ ਵੀ ਕੁਛ ਨਾ ਕੁਛ ਹੋ ਜਾਵੇ। ਸਰ ਇਹਦੇ ਲਈ ਮੈਂ ਜਿਹੜੇ ਸਾਡੇ ਕਿਸਾਨ ਅੰਦੋਲਨ ਦੇ ਜਿਹੜੇ ਸਿਰਕੱਢ ਆਗੂ ਨੇ, ਜਿਹੜੇ ਰਾਜੇਵਾਲ ਜੀ ਜਾਂ ਜਿੰਨੇ ਵੀ ਜਿਹੜੇ ਸਾਡੇ ਆਗੂ ਨੇ, ਉਹਨਾਂ ਨੂੰ ਅਪੀਲ ਕਰੂੰਗਾ ਕਿ ਇਹਦੇ ਲਈ ਇੱਕ ਅਲੱਗ ਲੈਵਲ ਤੋਂ ਆਰਗੇਨਾਈਜੇਸ਼ਨ ਬਣਾਈ ਜਾਵੇ, ਜਿਹੜੀ ਕਿ ਇੱਕ ਸੰਸਥਾ ਕੋਈ 5 ਜਾਂ 7 ਮੈਂਬਰੀ ਕਮੇਟੀ ਸਿਰਫ ਇਹ ਚੀਜ਼ਾਂ ਦੇਖੇ, ਕਿਸਾਨ ਅੰਦੋਲਨ ਨੂੰ ਦੇਖਣਾ, ਸੰਘਰਸ਼ ਨੂੰ ਦੇਖਣਾ, ਅੱਗੇ ਜਾ ਕੇ ਲੜਨਾ, ਰਣਨੀਤੀ ਕੀ ਹੋਣੀ ਚਾਹੀਦੀ ਹੈ, ਉਹਦੇ ਲਈ ਬਹੁਤ ਵਧੀਆ ਚੱਲ ਰਿਹਾ ਸਾਰਾ ਕੁਝ। ਉਹਦੇ ਲਈ ਸਾਨੂੰ ਨਹੀਂ ਲੱਗਦਾ ਵੀ ਇਸ ਤੋਂ ਵਧੀਆ ਪ੍ਰੋਟੈਸਟ ਕੋਈ ਜ਼ਿੰਦਗੀ 'ਚ ਕਦੇ ਲਾਈਫ 'ਚ ਦੁਬਾਰਾ ਵੀ ਦੇਖ ਸਕਦਾ। ਪਰ ਇਹ ਵੀ ਇੱਕ ਸੈਕੰਡਰੀ ਪਾਰਟ ਹੈ ਭਾਵੇਂ, ਪਰ ਇਹਦੀ ਵੀ ਜ਼ਰੂਰਤ ਹੈ, ਔਰ ਇਹਦੇ ਲਈ ਵੀ ਉਹਨਾਂ ਨੂੰ ਚਾਹੀਦਾ ਵੀ ਇੱਕ ਅਲੱਗ ਤੋਂ ਕਮੇਟੀ ਫਾਰਮ ਕਰਨ ਉਹਨਾਂ ਪਰਿਵਾਰਾਂ ਲਈ ਜਿਹੜੇ ਵੀਰ ਸਾਡੇ ਸ਼ਹੀਦ ਹੋਏ ਨੇ। ਦੇਖੋ ਇਹ ਸ਼ਹੀਦ ਹੋਏ ਨੇ, ਇਹਨਾਂ ਨੇ ਜਾਨਾਂ ਦਿੱਤੀਆਂ, ਇਹਨਾਂ ਨੇ ਕੁਰਬਾਨੀਆਂ ਦਿੱਤੀਆਂ, ਅਸੀਂ ਰੋਟੀ ਖਾਂਦੇ ਹਾਂ ਇਹ ਉਹਦੇ ਲਈ ਦਿੱਤੀਆਂ, ਔਰ ਸਾਡਾ ਸਾਰਿਆਂ ਦਾ ਸਹਿਯੋਗ ਉਹਨਾਂ ਨੂੰ ਚਾਹੀਦਾ। ਅਸੀਂ ਹਰ ਪੰਜਾਬੀ ਹੋਣ ਦੇ ਨਾਤੇ ਮੈਂ ਪੰਜਾਬੀਆਂ ਦਾ ਇੱਥੇ ਧੰਨਵਾਦ ਕਰੂੰਗਾ ਵੀ ਜਿਹੜਾ ਵੀ ਮੇਰਾ ਵੀਰ, ਦੇਖੋ ਮੇਰੀ ਬੜੇ NRI ਵੀਰਾਂ ਨਾਲ ਵੀ ਗੱਲ ਹੋਈ ਲਾਸਟ, ਅਸੀਂ ਅੱਜ ਤੋਂ 10-15 ਦਿਨ ਪਹਿਲਾਂ ਅਸੀਂ ਕੁੰਡਲੀ ਬਾਰਡਰ ਤੇ ਗਏ ਸੀ, ਉੱਥੇ ਕੁਝ ਵਕੀਲਾਂ ਨੇ ਉੱਥੇ ਵੀ ਇੰਟਰਵਿਊਜ਼ ਵਗੈਰਾ ਹੋਈਆਂ, ਬਾਹਰੋਂ ਵੀ ਬੜੇ ਫੋਨ ਆਏ। ਸੋ NRI ਵੀਰਾਂ ਦਾ ਬਹੁਤ ਸਹਿਯੋਗ ਮਿਲ ਰਿਹਾ। ਉਹ ਮਤਲਬ ਉਹਨਾਂ ਨਾਲ ਗੱਲ ਕਰਕੇ ਐਂ ਲੱਗਦਾ ਵੀ ਉਹ ਬੰਦੇ ਕੈਨੇਡਾ ਅਮਰੀਕਾ ਨਹੀਂ ਬੈਠੇ, ਉਹ ਪੰਜਾਬ 'ਚ ਹੀ ਬੈਠੇ ਨੇ। ਉਹ ਮਤਲਬ ਇੰਨੇ ਕੁ ਜ਼ਿਆਦਾ ਜੁੜੇ ਹੋਏ ਨੇ ਪੰਜਾਬ ਤੇ ਪੰਜਾਬੀਅਤ ਨਾਲ, ਮਤਲਬ ਸ਼ਾਇਦ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਕਿ ਸ਼ਾਇਦ ਅਸੀਂ ਲੋਕ ਵੀ ਉਹਨੇ ਨਹੀਂ ਜੁੜੇ ਹੋਏ। ਸੋ ਉਹ ਲੋਕਾਂ ਦਾ ਇੰਨੀ ਜ਼ਿਆਦਾ ਉਹਨਾਂ ਦੀ ਜਿਹੜੀ ਉਹ ਬੈਠੇ ਸਾਡੀਆਂ ਵੀਡੀਓ ਸ਼ੇਅਰ ਕਰ ਦਿੰਦੇ ਨੇ, ਉਹਨੂੰ ਲਾਈਕ ਕਰ ਦਿੰਦੇ ਨੇ, ਸਾਡੇ ਲਈ ਹਾਂ ਦਾ ਨਾਅਰਾ ਮਾਰ ਦਿੰਦੇ ਨੇ। ਇਹ ਵੀ ਇੱਕ ਪ੍ਰੋਟੈਸਟ ਦਾ ਹਿੱਸਾ ਹੀ ਹੈ, ਇਹਦੇ ਨਾਲ ਵੀ ਸਾਨੂੰ ਤਾਕਤ ਮਿਲਦੀ ਹੈ। ਨਹੀਂ, ਹੁਣ ਕਾਰਵਾਈ ਲਈ ਪੂਰੀ ਯਕੀਨੀ ਹੈਗੀ ਹੋ ਕਿ ਮਤਲਬ ਹੁਣ ਆਪਾਂ ਜਿੱਤ ਹਾਸਿਲ ਕਰਨੀ, ਜਿੱਦਾਂ ਹੁਣ ਆਪਾਂ ਤਾਂ ਆਰਡੀਨੈਂਸ ਦਾ ਵਾਪਸ ਲੈ ਕੇ ਸਾਡੇ ਵੀਰਾਂ ਨੇ ਮੁੜਨਾ, ਸਾਡੇ ਮਾਪਿਓ ਨੇ ਆਰਡੀਨੈਂਸ ਵਾਪਸ ਕਰਾ ਕੇ ਮੁੜਨਾ। ਹੁਣ ਤੁਸੀਂ ਵੀ ਇਨਸਾਫ ਦੇ ਨਾਲ ਹੀ ਮੁੱਢ ਇਨਸਾਫ ਲੈਣ ਵਾਸਤੇ, ਜਿਹੜਾ ਦਿਵਾਉਣ ਵਾਸਤੇ ਪੂਰਾ ਯਕੀਨੀ ਖੜੇ ਹੋਏ ਹੋ ਕਿ ਤੁਸੀਂ ਵੀ ਇਨਸਾਫ ਲੈ ਕੇ ਹੀ ਵਾਪਸ ਆਓਗੇ, ਕਿਉਂਕਿ ਪੰਜਾਬ ਧਰਤੀ ਤੋਂ ਬਿਲੋਂਗ ਕਰਦੇ ਹਾਂ ਅਸੀਂ। ਪੰਜਾਬ ਉੱਥੇ ਜਾ ਕੇ ਜਦੋਂ ਆਪਾਂ ਫਤਿਹ ਬੁਲਾ ਸਕਦੇ ਹਾਂ, ਅਤੇ ਸਾਨੂੰ ਉੱਥੇ ਵੀ ਫਤਿਹ ਬੁਲਾਉਣੀ ਚਾਹੀਦੀ, ਕਿਉਂਕਿ ਸਾਡੇ ਜਿਹੜੇ ਮਾਂ ਪਿਓ ਸ਼ਹੀਦ ਹੋਏ ਨੇ, ਸਾਡੇ ਬਾਪੂ ਭੈਣਾਂ ਸ਼ਹੀਦ ਹੋਈਆਂ ਨੇ, ਜਾਂ ਸੰਤ ਜੀ ਸ਼ਹੀਦ ਹੋਏ ਨੇ, ਇਹਨਾਂ ਨੂੰ ਇਨਸਾਫ ਦਿਵਾਉਣਾ ਹੁਣ ਤੁਹਾਡੇ ਹੱਥ ਦੀ ਗੱਲ ਹੈ, ਕਿਉਂਕਿ ਤੁਸੀਂ ਜਿਹੜੀ ਹੈ ਸਰਕਾਰਾਂ ਨਾਲ ਸਿੱਧਾ ਟਾਕਰਾ ਲੈ ਰਹੇ ਹੋ। ਸਰ ਇਨਸਾਫ ਤਾਂ ਦੇਖੋ ਅਸੀਂ ਲੈ ਲਾਂਗੇ, ਇਨਸਾਫ ਸਾਡੀਆਂ ਅਦਾਲਤਾਂ ਬੈਠੀਆਂ, ਇੰਟਰਨੈਸ਼ਨਲ ਲੈਵਲ ਤੇ ਬਹੁਤ ਆਰਗੇਨਾਈਜੇਸ਼ਨ ਬੈਠੀਆਂ, ਇਨਸਾਫ ਸਾਨੂੰ ਲੈਣਾ ਆਉਂਦਾ, ਅਸੀਂ ਲਵਾਂਗੇ। ਸਾਡੇ ਕੋਲੇ ਕਾਨੂੰਨ ਦੀ ਬਹੁਤ ਵਧੀਆ ਨੌਲੇਜ ਵੀ ਹੈ, ਕਾਨੂੰਨ ਜਾਣਦੇ ਵੀ ਹਾਂ, ਔਰ ਕਾਨੂੰਨ ਦੇ ਹਿਸਾਬ ਨਾਲ ਹੀ ਅਸੀਂ ਇਨਸਾਫ ਲਵਾਂਗੇ। ਸਾਡੇ ਕਿਸਾਨ ਵੀਰਾਂ ਵਾਸਤੇ ਵੀ ਇਨਸਾਫ ਲਵਾਂਗੇ। ਔਰ ਇਹ ਨਾ ਸਮਝੋ ਕਿ ਸਿਰਫ ਸੰਤ ਰਾਮ ਸਿੰਘ ਜੀ, ਵੈਸੇ ਤਾਂ ਮੈਂ ਇਸ ਚੀਜ਼ ਨੂੰ ਮਾੜਾ ਮੰਨਦਾ ਕਿ ਜਿਹੜੀ ਸੁਸਾਈਡ ਕਮਿਟ ਕਰਨਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ, ਪਰ ਜਿਹੜੇ ਵੀ ਮੇਰੇ ਵੀਰ ਨੇ ਕੋਈ ਸੁਸਾਈਡ ਕਮਿਟ ਕੀਤੀ ਹੈ, ਉਹਦਾ ਜਿਹੜਾ ਅਸੀਂ ਉਹਦੇ ਪਰਿਵਾਰ ਨੂੰ ਮਿਲ ਕੇ ਉਹ ਜਿਹੜੀ FIR ਹੈ ਉਹ ਸਰਕਾਰਾਂ ਤੇ ਜ਼ਰੂਰ ਦਰਜ ਕਰਾਵਾਂਗੇ, ਕਿਉਂਕਿ ਸਰਕਾਰਾਂ ਨੇ ਸਿਰਫ ਤੇ ਸਿਰਫ ਦੇਖੋ ਪ੍ਰੋਟੈਸਟ ਵੀ ਨਹੀਂ ਕਰਨ ਦੇ ਰਹੇ, ਤਾਂ ਫਿਰ ਜਾਈਏ ਕਿੱਥੇ। ਮੈਂ ਕਹਿੰਦਾ ਵੀ ਚਲੋ ਜੇ ਤਾਂ ਇੱਕ ਬੰਦਾ ਹੁੰਦਾ ਵੀ ਮੇਰੀ ਤੁਹਾਡੀ ਕੋਈ ਕਿਸੇ ਗੱਲ ਤੇ ਵਿਚਾਰ ਨਹੀਂ ਮਿਲੇ, ਮੈਂ ਤੁਹਾਡੇ ਨਾਲ ਲੜ ਪਿਆ, ਮੈਂ ਤੁਹਾਨੂੰ ਅਟੈਕ ਕਰਤਾ, ਯਾਰ ਜੇ ਮੈਂ ਨੀਚੇ ਬੈਠ ਕੇ ਲੰਗਰ ਦੀ ਸੇਵਾ ਕਰ ਰਿਹਾ ਔਰ ਪੀਸਫੁਲ ਪ੍ਰੋਟੈਸਟ ਕਰ ਰਿਹਾ ਔਰ ਜਾਪ ਕਰ ਰਿਹਾ ਜਾਂ ਮੈਂ ਅਰਦਾਸ ਕਰ ਰਿਹਾ, ਤੁਸੀਂ ਫਿਰ ਵੀ ਮੈਨੂੰ ਦਬਾ ਰਹੇ ਹੋ ਜਾਂ ਮਾਰ ਰਹੇ ਹੋ, ਫਿਰ ਹੁਣ ਬੰਦੇ ਦੇ ਕੋਲ ਸੁਸਾਈਡ ਤੋਂ ਇਲਾਵਾ ਚਾਰਾ ਕੀ ਰਹਿ ਜਾਂਦਾ। ਸੋ ਇਸ ਤਰ੍ਹਾਂ ਦੇ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਹੁੰਦੀ ਹੈ, ਤਾਂ ਉੱਥੇ ਫਿਰ ਸਾਡੀਆਂ ਇੰਡੀਅਨ ਜਿਹੜਾ ਲਾਅ ਹੈ ਉਹ ਬੜਾ ਕਲੀਅਰ ਹੈ। IPC ਦੇ ਹਿਸਾਬ ਨਾਲ 306 ਦਾ ਪਰਚਾ ਦਰਜ ਹੋਣਾ ਬਣਦਾ, ਔਰ ਇਹ ਅਸੀਂ ਦਰਜ ਕਰਾਵਾਂਗੇ। ਔਰ ਇਹ ਨਾ ਸੋਚੋ ਕਿ ਸੰਤ ਰਾਮ ਸਿੰਘ ਜੀ, ਇਸ ਤੋਂ ਇਲਾਵਾ ਸਾਡੇ ਜਿੰਨੇ ਵੀ ਵੀਰ ਹੁਣ ਤੱਕ ਸੁਸਾਈਡ ਜਿਨ੍ਹਾਂ ਨੇ ਕਮਿਟ ਕੀਤੀ ਹੈ, ਉਹਨਾਂ ਸਾਰਿਆਂ ਦੇ ਪਰਚੇ ਅਸੀਂ ਦਰਜ ਕਰਾਵਾਂਗੇ। ਜਿਹੜੇ ਵੀ ਵੀਰਾਂ ਦੀਆਂ ਜਾਨਾਂ ਗਈਆਂ ਨੇ ਉਹਦਾ ਵੀ ਮੁਆਵਜ਼ਾ ਅਸੀਂ ਸਰਕਾਰ ਤੋਂ ਜ਼ਰੂਰ ਲਵਾਂਗੇ। ਮੇਰਾ ਸਵਾਲ ਤੁਹਾਨੂੰ ਕੋੜਾ ਜ਼ਰੂਰ ਲੱਗ ਸਕਦਾ ਹੈ, ਛੋਟਾ ਜਿਹਾ ਸਵਾਲ ਹੈ ਮੇਰਾ ਗਗਨ ਜੀ, ਕੋੜਾ ਜ਼ਰੂਰ ਲੱਗੂਗਾ ਕਿ ਸਿਰਫ ਮੀਡੀਆ ਹੀ ਸੁਰੱਖਿਆ ਵਾਸਤੇ ਬਟੋਰਨ ਵਾਸਤੇ ਤੁਸੀਂ ਆਹ ਕੰਮ ਨਾ ਕੀਤਾ ਹੋਵੇ, ਜਾਂ ਕਿ ਇਨਸਾਫ ਦਿਲਾਉਣ ਵਾਸਤੇ ਲਗਾਤਾਰ ਜਿਹੜੀ ਹੈ ਰੁਕ ਉੱਥੇ ਦਾ ਕੀਤਾ ਜਾਊਗਾ, ਸਰਕਾਰਾਂ ਨੂੰ ਕਿਤੇ ਨਾ ਕਿਤੇ ਸਜ਼ਾ ਦਿਵਾਉਣ ਦੇ ਹੱਕਦਾਰ ਰਹੋਗੇ ਤੁਸੀਂ, ਜਾਂ ਸਿਰਫ ਮੀਡੀਆ ਦੀ ਖਾਨਾ ਪੂਰਤੀ ਕਰਨ ਵਾਸਤੇ ਤੁਸੀਂ ਇੱਥੇ ਤਾਂ ਨਹੀਂ ਹੋ? ਸਰ
ਜਦੋਂ ਵੀ ਕੋਈ ਵੀ ਬੰਦਾ ਇਨਸਾਫ ਲੈਣ ਲਈ ਜਾਂ ਸੰਘਰਸ਼ ਕਰਨ ਲਈ ਉੱਠਦਾ ਨਾ, ਤੇ ਕੁਝ ਨੈਗੇਟਿਵ ਸੋਚ ਵਾਲੇ ਲੋਕ, ਤੁਸੀਂ ਗੱਲ ਬੜੀ ਵਧੀਆ ਕੀਤੀ, ਕਿਉਂਕਿ ਇਹ ਲੋਕ ਇਹ ਸਵਾਲ ਤੁਸੀਂ ਮੈਨੂੰ ਕੀਤਾ, ਤੁਹਾਨੂੰ ਬੜੇ ਲੋਕਾਂ ਨੇ ਕਰਨਾ ਹੈ ਵੀ ਤੁਸੀਂ ਇਹ ਇੰਟਰਵਿਊ ਲੈ ਰਹੇ ਹੋ, ਤੁਸੀਂ ਇਹ ਸਿਰਫ ਹਾਈਲਾਈਟ ਕਰ ਰਹੇ ਹੋ, ਜਾਂ ਮਤਲਬ ਕੁਝ 10% ਨੈਗੇਟਿਵ ਲੋਕ ਇਸ ਚੀਜ਼ ਨੂੰ ਨੈਗੇਟਿਵਲੀ ਲੈਂਦੇ ਆ ਵੀ ਸ਼ਾਇਦ ਇਹ ਮਸ਼ਹੂਰ ਹੋਣ ਲਈ ਕੋਈ ਸੰਘਰਸ਼ ਦੇ ਵਿੱਚ ਆ ਗਿਆ, ਜਾਂ ਕੋਈ ਇਨਸਾਫ ਦਿਵਾਉਣ ਦਾ ਢੋਂਗ ਕਰ ਰਿਹਾ। ਪਹਿਲੀ ਤਾਂ ਮੇਰੀ ਇਹ ਗੱਲ ਹੈ ਵੀ ਇਹ ਜੇ ਇਸ ਜਿਹੜੇ ਨੈਗੇਟਿਵ ਲੋਕ ਇਸ ਚੀਜ਼ ਨੂੰ ਇਸ ਤਰੀਕੇ ਨਾਲ ਲੈਂਦੇ ਆ, ਤਾਂ ਮੈਂ ਉਹਨਾਂ ਨੂੰ ਵੀ ਸਲਾਹ ਦਊਂਗਾ ਵੀ ਭਾਈ ਤੁਸੀਂ ਵੀ ਇਸ ਤਰ੍ਹਾਂ ਦੀ ਜੰਗ ਦੇ ਵਿੱਚ ਅੱਗੇ ਆ ਕੇ ਲੜੋ, ਮਸ਼ਹੂਰ ਹੋਵੋ ਕੋਈ ਗੱਲ ਨਹੀਂ, ਪਰ ਹਾਂ ਦਾ ਨਾੜਾ ਜ਼ਰੂਰ ਆਪਣੇ ਭਰਾਵਾਂ ਲਈ ਮਾਰੋ। ਦੂਸਰੀ ਗੱਲ, ਸਾਡੀ ਜਿਹੜੀ ਲੜਾਈ ਹੈ, ਪਹਿਲਾਂ ਵੀ ਕੁਝ ਲੜਾਈਆਂ ਲੜੀਆਂ ਨੇ, ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ, ਪਰ ਤੋੜ ਤੱਕ ਲੜੀਆਂ ਨੇ ਔਰ ਐਂਡ ਤੱਕ ਲੜਾਂਗੇ, ਜਦ ਤੱਕ ਜਾਨ ਹੈਗੀ ਉਦੋਂ ਤੱਕ ਲੜਾਂਗੇ। ਔਰ ਜਦੋਂ ਜਿੱਤਾਂਗੇ ਫਿਰ ਦੁਬਾਰਾ ਇੰਟਰਵਿਊ ਕਰਾਂਗੇ, ਤੁਹਾਨੂੰ ਬੁਲਾਵਾਂਗੇ, ਤੁਹਾਨੂੰ ਦੱਸਾਂਗੇ ਵੀ ਆਹ ਦੇਖੋ ਅਸੀਂ ਜਿੱਤ ਕੇ ਮੁੜੇ ਆ। ਬਹੁਤ ਬਹੁਤ ਸ਼ੁਕਰੀਆ ਗਗਨ ਜੀ। ਸਾਡੇ ਨਾਲ ਗਗਨਪ੍ਰੀਤ ਸੀਗੇ, ਵਕੀਲ ਨੇ। ਇਹ ਉਹ ਲੈਟਰਾਂ ਨੇ ਜਿਹੜੀ ਬਾਬਾ ਰਾਮ ਜੀ ਦਾ ਜਿਹੜਾ ਸੁਸਾਈਡ ਨੋਟ ਜਿਹੜਾ ਦਿਖਾਇਆ ਗਿਆ ਸੀ, ਇਹ ਉਹ ਸੁਸਾਈਡ ਨੋਟ ਜਿਹੜਾ ਹੈਗਾ, ਇਹ ਉਹ ਹੈ ਜਿਹਨੂੰ ਇਹਨਾਂ ਨੇ ਮਾਫ ਕਰਨਾ, ਹਰਿਆਣਾ ਦੇ DGP ਨੂੰ ਜਿਹੜਾ ਹੈਗੇ ਦੇ ਕੇ ਆਏ ਨੇ। ਇਹ ਉਹ ਲੈਟਰ ਨੇ ਹਰਿਆਣਾ ਦੇ DGP ਨੂੰ ਜਿਹੜੀ ਆ ਦੇ ਕੇ ਆਏ ਨੇ, ਜਿਹਦੇ ਵਿੱਚ ਸਾਫ਼ ਜਿਹੜੀ ਇਹਨਾਂ ਨੇ ਕਿਹਾ ਕਿ ਸੰਤ ਜੀ ਦੀ ਜਿਹੜੀ ਸ਼ਹੀਦ ਹੋਏ, ਸੰਤ ਜਿਹੜੇ ਸ਼ਹੀਦ ਹੋਏ ਸੀਗੇ, ਉਹ ਕੀ ਪਰਪਸ ਸੀਗਾ ਅਤੇ ਉਹਦੇ 'ਤੇ ਕਿਹੜੀ ਕਾਰਵਾਈ ਜਿਹੜੀ ਹੈਗੀ ਕੀਤੀ ਗਈ ਹੈ। ਅਤੇ ਬਾਕੀਆਂ ਦੀ ਗੱਲ ਕਰਾਂ ਤਾਂ ਇਹ ਉਹ ਸਾਰੇ ਓਰੀਜਨਲ ਲੈਟਰ ਜਿਹੜੀ ਹੈਗੀ ਹੈ, ਇਹ ਇਹਨਾਂ ਨੇ ਸਾਨੂੰ ਗਗਨਪ੍ਰੀਤ ਜੀ ਨੇ ਜਿਹੜੀ ਦਿੱਤੀ ਹੈ। ਤਸਵੀਰ ਤੁਹਾਡੇ ਸਾਹਮਣੇ ਹੈ। ਲੇਕਿਨ ਜਦੋਂ ਗਗਨ ਜੀ ਨਾਲ ਆਪਾਂ ਇੱਕ ਗੱਲ ਜ਼ਰੂਰ ਕੀਤੀ ਹੈ ਕਿ ਜਿਹੜੇ ਸਾਡੇ ਉੱਤੇ ਕਿਸਾਨ ਵੀਰ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰਾਂ ਵਾਸਤੇ ਵੀ ਕੁਛ ਨਾ ਕੁਛ ਐਸਾ ਕਰੋ ਕਿ ਉਹਨਾਂ ਦੇ ਪਰਿਵਾਰਾਂ ਤੱਕ ਵੀ ਜਿਹੜੀ ਹੈ ਸਹਾਇਤਾ ਮਿਲ ਸਕੇ, ਜਾਂ ਉਹਨਾਂ ਦੇ ਪਰਿਵਾਰ ਵੀ ਜਿਹੜਾ ਵਿਛੋੜਾ ਜਿਹੜਾ ਹੁੰਦਾ, ਇੱਕ ਪਰਿਵਾਰ ਹੀ ਜਾਣਦਾ, ਜਦੋਂ ਉਹਦਾ ਜੀਅ ਚਲਾ ਜਾਂਦਾ ਉਹ ਪਰਿਵਾਰ ਹੀ ਜਾਣਦਾ ਵਿਛੋੜਾ ਕੀ ਹੁੰਦਾ ਵੈ। ਲੇਕਿਨ ਗਗਨ ਜੀ ਨੇ ਸਾਫ਼ ਇੱਕ ਗੱਲ ਕਹਿਤੀ ਹੈ ਕਿ ਮੈਂ ਲਗਾਤਾਰ ਜਦ ਤੱਕ ਜਾਨ ਹੈਗੀ ਹੈ ਤਦ ਤੱਕ ਇਸ ਕੇਸ ਦੇ ਮਗਰ ਲੱਗਾਂਗਾ, ਮੈਨੂੰ ਚਾਹੇ ਜਿੰਨੀ ਮਰਜ਼ੀ ਧਮਕੀਆਂ ਆਉਣ ਜਾਂ ਮੇਰੇ 'ਤੇ ਜਿੰਨੇ ਮਰਜ਼ੀ ਝੂਠੇ ਪਰਚੇ ਦਰਜ ਹੋ ਜਾਣ, ਲੇਕਿਨ ਮੈਂ ਇਨਸਾਫ ਜਿਹੜਾ ਹੈਗਾ ਜ਼ਰੂਰ ਦਿਲਾਊਂਗਾ। ਅਸੀਂ ਵੀ ਆਸ਼ਾ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜਾ ਹੈਗਾ ਇਨਸਾਫ ਮਿਲੇ, ਕਿਉਂਕਿ ਪੋਹ ਦੇ ਮਹੀਨੇ 'ਚ ਇੰਨੀ ਠੰਡਕ ਹੁੰਦੀ ਹੈ ਕਿ ਅਸੀਂ ਇਸ ਬੰਦ ਕਮਰੇ ਦੇ ਵਿੱਚ ਵੀ ਗੱਲ ਕੀਤੀ ਜਾਵੇ ਠੰਡਕ ਮਹਿਸੂਸ ਹੁੰਦੀ ਹੈ, ਲੇਕਿਨ ਸਾਡੇ ਜਿਹੜੇ ਬਾਪੂ ਜਿਹੜੇ ਹੈਗੇ ਨੇ, ਸਾਡੇ ਭਰਾ ਜਿਹੜੇ ਹੈਗੇ ਨੇ, ਜਿਹੜੇ ਉਹ ਠੰਡ ਦੇ ਇਸ ਵਕਤ ਦੇ ਵਿੱਚ ਵੀ ਜਿਹੜੇ ਬਾਹਰ ਜਿਹੜੇ ਸੜਕਾਂ ਦੇ ਉੱਤੇ ਬੈਠੇ ਨੇ, ਰਾਤ ਨੂੰ ਬਰਫੀਲੀ ਹਵਾਵਾਂ ਦੇ ਵਿੱਚ ਜਿਹੜੇ ਰੋਡ ਦੇ ਉੱਤੇ ਸੰਘਰਸ਼ ਕਰ ਰਹੇ ਨੇ। ਆਖਿਰ ਕਿਉਂ ਨਹੀਂ ਉਹ ਸਰਕਾਰਾਂ ਸੁਣਦੀਆਂ ਪਈਆਂ? ਆਖਿਰ ਕਿਉਂ ਨਹੀਂ ਉਹ ਸਰਕਾਰਾਂ ਇਹ ਵਿਰੋਧੀ ਜਿਹੜੇ ਬਿੱਲ ਹੈਗੇ ਨੇ ਮਾਫ ਕਰਦੀਆਂ ਪਈਆਂ? ਆਖਿਰ ਕਿੰਨੇ ਕੁ ਹੋਰ ਜ਼ਾਲਮ ਸਰਕਾਰੇ, ਕਿੰਨੀਆਂ ਕੁ ਹੋਰ ਤੂੰ ਜਾਨਾਂ ਲਏਂਗੀ? ਜ਼ਾਲਮ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਘੱਟੋ ਘੱਟ ਥੋੜ੍ਹੀ ਤਾਂ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਪਰਿਵਾਰ ਦਾ ਵੱਡਾ ਜਿਹੜਾ ਉੱਥੇ ਜਾ ਕੇ ਸੰਘਰਸ਼ ਦੇ ਵਿੱਚ ਬੈਠਾ, ਉਹਨੂੰ ਇਨਸਾਫ ਦੀ ਜ਼ਰੂਰਤ ਹੈ। ਉਹ ਨਹੀਂ ਚਾਹੁੰਦਾ ਕਿ ਆਰਡੀਨੈਂਸ ਮੇਰੇ ਹੱਕ ਦੇ ਵਿੱਚ ਇਹਨੂੰ ਕੈਂਸਲ ਕੀਤੇ ਜਾਣ। ਹੁਣ ਦੇਖਦੇ ਹਾਂ ਸਰਕਾਰਾਂ, ਜ਼ਾਲਮ ਸਰਕਾਰਾਂ ਕਦੋਂ ਸੁਣਦੀਆਂ ਨੇ, ਚਿੱਠੀਆਂ ਤਾਂ ਭੇਜਦੀਆਂ ਨੇ, ਲੇਕਿਨ ਆਖਿਰ ਆਰਡੀਨੈਂਸ ਕਿਉਂ ਨਹੀਂ ਵਾਪਸ ਕੀਤੇ ਜਾ ਰਹੇ? ਲੇਕਿਨ ਅਸੀਂ ਵੀ ਪੰਜਾਬੀ ਹਾਂ, ਅਸੀਂ ਵੀ ਜਿਹੜੇ ਆਰਡੀਨੈਂਸ ਨੇ ਵਾਪਸ ਕਰਾ ਕੇ ਹੀ ਮੁੜਾਂਗੇ। ਸ਼ਹਿਰੀਆਂ ਦੀ ਵੀ ਸਪੋਰਟ ਪੂਰੀ ਹੈ, ਸਾਡੀ ਵੀ ਸਪੋਰਟ ਪੂਰੀ ਹੈ। ਜਿੱਥੇ ਜ਼ਰੂਰਤ ਹੋਏਗੀ ਅਸੀਂ ਨਾਲ ਖੜ੍ਹੇ ਹਾਂ। ਲੁਧਿਆਣਾ ਤੋਂ ਦੀਪਕ ਦੇ ਨਾਲ ਮੈਂ ਵਿਸ਼ਾਲ ਕਪੂਰ, ਰੋਜ਼ਾਨਾ ਸਪੋਕਸਮੈਨ TV।